ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਤੁਧ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਇ ਨਾਉ ਨਾ ਜਾਣੈ ਮੇਰਾ। ਸੁਖ ਦਾਤਾ ਪੈ ਭੰਜਨੋ, ਤਿਸ ਆਗੈ ਕਰ ਅਰਦਾਸ। ਮੇਹਰ ਕਰੇ ਜਿਸ ਮੇਹਰਬਾਨ, ਤਾ ਕਾਰਜ ਆਵੈ ਰਾਸ। ਮੇਹਰ ਕਰੇ ਜਿਸ ਮੇਹਰਬਾਨ, ਤਾ ਕਾਰਜ ਆਵੈ ਰਾਸ। ਜੁਗੋ ਜੁਗਾ ਟਲ। ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹਾਂ ਜੀ ਦੀ ਜੋਤ। ਹਾਜ਼ਰ ਨਾਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਤਿਗੁਰਾਂ ਦੇ ਚਰਨ ਕਮਲਾਂ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ। गुरु सवारी गुरु की साजी साज के निवाजी गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन बिरदियां कागर करके जुड़ करके बहन दी कृपालता करिए। समय और सवासां नूं सफला करिए। सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सरवण करना करिए। आप संगत ने जो हुण तक लड़ीवार शब्द विचार कथा गुरबाणी सरवण करना कीती है, वो विचार इथों तक सी कि जिस वेले सतगुरु गुरु गोबिंद सिंह महाराज दसम पातशाह सतगुरु जी सतगुरु जी ने कृपा की अपने सिखां नूं सेवकां नूं और श्रीनगर विखे राजा फतेह शाह दी पुत्री दे विआह आनंद कार दे संबंध विच भेजिया। ते उत्थे उन्हां पापी पहाड़ी राजियां दा मन तब्दील हो गया, बदल गया, चेंज हो गया। वो पापी राजे सतगुर दे सिखां दे नाल, सतगुर दे प्यारियां दे नाल, भाई दया राम, भाई नंद चंद होर अनन प्यारे सिख सेवक है, जिन्हां दे नाल उन्हां दी विचार करके बह गए ने। ते सतगुरु जी दे सिखां दे नाल कहंदे हुण जिहड़े 500 दी गिणती विच गए ने, इन्हां दे नाल उन्हां ने वैर विरोध करन दी विचार ठाण लेना कीती। ते सतगुर दे इन्हां सिखां दे उत्ते चढ़ाई करन दी योजना बना लई, क्योंकि भीमचंद सैन कहलूर दा राजा उन्हें विचार कीती, जेकर राजा फतेह शाह सतगुरु गुरु गोबिंद सिंह महाराज दा सिख है, श्रद्धालु है, सेवक है, ते असीं इहदी पुत्री दा विआह आनंद कारज प्राप्त नहीं करना, इहदी पुत्री नूं अपनी नूंह दे रूप दे विच स्वीकार नहीं करना। ते जेकर इह साडा बनदा, साडे नाल रलदा, ते असीं इहनूं अपना अपना लवांगे। जे सतगुर दे बल दा ते कदाचित भी असीं इहनूं इहदी पुत्री दा रिश्ता प्राप्त नहीं करांगे, कुड़म दे रूप दे विच नहीं मन्नांगे, इहदी पुत्री दा डोला छड्ड के चले जावांगे। उस वेले राजा फतेह शाह ने बड़ा समझाया। वो कहते सतगुरु जी बड़े करन कारण समर्थक ने। जदों नूं पता लग्या मेरी पुत्री दा डोला छड्ड के चले जाणगे, तां उहने मजबूरन अपना जिहड़ा इरादा तब्दील कीता। फतेह शाह राजे ने भीमचंद सैन दे नाल लग के सतगुर दा विरोधी बन गया। सतगुर दे सन्मुख जिथे भावना लेके बैठा सी, उत्थे पापी बन गया। इदां दी विचार प्राप्ति होने ना सिखां नूं, नंद चंद वर्गे सिखां नूं पता लग गया सी इत्थे आए आ
ਗਿਆ ਆਨੰਦ ਕਾਰਜ ਕੇ ਇੱਥੇ ਗੁਰੂ ਸਾਹਿਬ ਜੀ ਨੇ ਸਾਨੂੰ ਭੇਜਿਆ ਤੰਬੋਲ ਦੇ ਕੇ। ਉਹ ਕਹਿੰਦੇ ਬਰਹੋਣੇ ਨੂੰ ਤੰਬੋਲ ਕਾਹਦਾ ਦੇਣਾ ਹੈ ਕਿ ਸਤਿਗੁਰੂ ਨਾਨਕ ਦੇ ਦਰਖਰ ਦਾ ਵਿਰੋਧੀ ਬਣ ਚੁੱਕੇ ਆ। ਉਸ ਵਕਤ ਉਹਨਾਂ ਨੇ ਤੰਬੋਲ ਸੰਭਾਲ ਕੇ ਉਹ ਸ਼੍ਰੀ ਪਾਉਂਟਾ ਸਾਹਿਬ ਦੀ ਧਰਤੀ ਵੱਲ ਚਾਲੇ ਪਾਉਣ ਦੀ ਵਿਚਾਰ ਬਣਾਈ। ਇਥੋਂ ਸ਼੍ਰੀ ਨਗਰ ਤੋਂ ਫਟਾਫਟ 500 ਫੌਜ ਸੂਰਮੇ ਸਿੱਖਾਂ ਨੇ ਯੋਧਿਆਂ ਨੇ ਘੋੜਿਆਂ ਤੇ ਸਵਾਰੀਆਂ ਕੀਤੀਆਂ, ਨਾਲ 100 ਘੋੜਾ ਉਹ ਹੈ ਜਿਹੜਾ ਸ਼੍ਰੀ ਨਗਰ ਤੋਂ ਸੁਦਾਗਰ ਲੈ ਕੇ ਆਇਆ। ਇਹਨਾਂ ਨੇ ਪਾਉਂਟਾ ਸਾਹਿਬ ਦੀ ਧਰਤੀ ਵੱਲ ਚਾਲੇ ਪਾ ਦਿੱਤੇ, ਫਤਿਹ ਸ਼ਾਹ ਰਾਜੇ ਨੂੰ ਦੱਸੇ ਪੁੱਛੇ ਤੋਂ ਬਿਨਾਂ ਚੱਲਦੇ ਗਏ। ਅੱਜ ਜਦੋਂ ਰਾਜਾ ਫਤਿਹ ਸ਼ਾਹ ਨੂੰ ਪਤਾ ਲੱਗਿਆ ਸਤਿਗੁਰ ਦੇ ਸਿੱਖਾਂ ਨੇ ਮੈਨੂੰ ਦੱਸੇ ਪੁੱਛੇ ਬਿਨਾਂ ਹੀ ਆਪਣਾ ਡੇਰਾ ਪਾਉਂਟਾ ਸਾਹਿਬ ਦੀ ਧਰਤੀ ਵੱਲ ਕੂਚ ਕਰ ਲਿਆ, ਕੋਈ ਗੱਲ ਦੱਸੀ ਨਹੀਂ, ਪੁੱਛੀ ਨਹੀਂ, ਵਿਚਾਰ ਨਹੀਂ ਕੀਤੀ। ਜਿਹੜਾ 2.5 ਲੱਖ ਦਾ ਤੰਬੋਲ ਸਤਿਗੁਰ ਨੇ ਭੇਜਿਆ ਸੀ ਉਹ ਤੰਬੋਲ ਵਾਪਸ ਲੈ ਕੇ ਦੇਣਾ ਤੇ ਕੀ ਸੀ, ਵਾਪਸ ਚ ਲੈ ਕੇ ਚਲੇ ਗਏ। ਬਾਅਦ ਵਿੱਚ ਉਹ ਫਤਿਹ ਸ਼ਾਹ ਬਹੁਤ ਰਾਜਾ ਹਰਖ ਦੇ ਵਿੱਚ ਆਇਆ, ਗੁੱਸੇ ਵਿੱਚ ਆਇਆ। ਦੂਜੇ ਨੰਬਰ ਤੇ ਰਾਜਾ ਭੀਮ ਚੰਦ ਸੈਨ ਨੇ ਬੜਾ ਉਹਨੂੰ ਉਕਸਾ ਦਿੱਤਾ, ਉਦਾਂ ਦੀ ਉਹਦੀ ਮੱਤ ਬਣਾ ਦਿੱਤੀ, ਤਬਦੀਲ ਕਰ ਦਿੱਤੀ, ਕਹਿ ਦਿੱਤਾ। ਕਹਿਣ ਲੱਗਾ ਦੇਖੋ ਰਾਜਾ ਫਤਿਹ ਸ਼ਾਹ ਜੀ, ਤੁਸੀਂ ਸਤਿਗੁਰ ਦੇ ਦਰਕਾਰ ਦੇ ਸਿੱਖ ਬਣੀ ਬੈਠੇ ਸੀ, ਆ ਤੁਹਾਡੇ ਨਾਲ ਸਤਿਗੁਰ ਦੇ ਸਿੱਖਾਂ ਨੇ ਕਿੱਦਾਂ ਦਾ ਵਿਵਹਾਰ ਕੀਤਾ। 2.5 ਲੱਖ ਦਾ ਤੰਬੋਲ ਜਿਹੜਾ ਸ਼ਗਨ ਵਿਹਾਰ ਸੀ, ਜੋ ਦਾਜਬਰੀ ਦਾ ਸਮਾਨ ਸੀ, ਲੈ ਗਏ, ਦੇ ਕੇ ਨਹੀਂ ਗਏ। ਜਿੰਨਾ ਚਿਰ ਤੁਸੀਂ ਸਤਿਗੁਰ ਨਾਲ ਪਿਆਰ ਬਣਾਈ ਰੱਖਿਆ ਉਹਨਾਂ ਚਿਰ ਸਤਿਗੁਰ ਤੇਰੇ ਸੀ, ਹੁਣ ਸਤਿਗੁਰ ਤੋਂ ਪਿਆਰ ਵੱਖ ਕਰ ਲਿਆ। ਉਹ ਸਿੱਖਾਂ ਨੇ 2.5 ਲੱਖ ਦਾ ਦੁਸਾਲਾ ਵੀ ਵਾਪਸ ਲੈ ਗਏ। ਇੱਥੋਂ ਤੱਕ ਸੀ ਤੇਰਾ ਪਿਆਰ ਗੁਰੂ ਦੇ ਨਾਲ, ਇਦਾਂ ਕਰਕੇ ਤੈਨੂੰ ਧੋਖਾ ਨਸੀਬ ਹੋਣ ਵਾਲਾ ਸੀ। ਉਹ ਜਦੋਂ ਇਦਾਂ ਗੱਲ ਕਹੀ ਨਾ, ਰਾਜਾ ਫਤਿਹ ਸ਼ਾਹ ਬੜਾ ਹਰਖ ਦੇ ਵਿੱਚ ਆਇਆ, ਗੁੱਸੇ ਵਿੱਚ ਆਇਆ। ਉਹਨੇ ਹੁਕਮ ਕਰ ਦਿੱਤਾ ਆਪਣੀ ਫੌਜ ਨੂੰ, 500 ਫੌਜ ਘੋੜ ਸਵਾਰ ਨੂੰ ਹੁਕਮ ਕਰ ਦਿੱਤਾ। ਕਹਿੰਦੇ ਫੌਜੇ ਭਾਈ, ਐਲ ਕਰੋ, ਸਿਪਾਹੀਓ, ਮੇਨ ਅਹੁਦੇਦਾਰੋ, ਕਹਿੰਦੇ ਫਟਾਫਟ ਛੇਤੀ ਦੇਣੇ ਘੋੜਿਆਂ ਤੇ ਸਵਾਰੀ ਕਰੋ, ਸ਼ਸਤਰ ਧਾਰਨ ਕਰੋ, ਜਿਹਨੂੰ ਜੋ ਵਸਤਰ ਸ਼ਸਤਰ ਪ੍ਰਾਪਤ ਹੋਣਾ ਚਾਹੀਦਾ ਸਭ ਕੁਝ ਪ੍ਰਾਪਤ ਕਰੋ। ਛੇਤੀ ਦੇਣੇ ਉਹ ਸਿੱਖਾਂ ਦੇ ਉੱਤੇ ਚੜ੍ਹਾਈ ਕਰੋ ਜਿਹੜੇ ਇੱਥੋਂ 500 ਦੀ ਗਿਣਤੀ ਵਿੱਚ ਗਏ ਨੇ, ਉਹਨਾਂ ਨੂੰ ਜਾ ਕੇ ਲੁੱਟ ਪੁੱਟ ਲਓ, ਪਕੜ ਲਓ। ਉਹ ਘਾਟੀ ਤੇ ਜਾ ਕੇ ਉਹਨਾਂ ਨੂੰ ਪਕੜ ਲਓ। ਇੱਥੇ ਅੱਗੇ ਇੱਕ ਰਸਤੇ ਤੇ ਘਾਟੀ ਆਉਂਦੀ ਹੈ, ਘਾਟੀ ਦਾ ਭਾਵ ਹੈ ਦੋ ਪਹਾੜ ਆਪਸ ਦੇ ਵਿੱਚ ਨਜ਼ਦੀਕ ਕੋਲੋਂ ਕੋਲੀ ਹੋਣ ਤੇ ਉਹਦੇ ਵਿੱਚ ਦੀ ਛੋਟਾ ਜਿਹਾ ਇੱਕ ਰਸਤਾ ਹੋਵੇ ਲੰਘਣ ਵਾਸਤੇ, ਉਹਨੂੰ ਘਾਟੀ ਕਹਿੰਦੇ ਆ। ਉਹ ਘਾਟੀ ਤੇ ਜਾ ਕੇ ਉਹਨਾਂ ਦੇ ਉੱਤੇ ਹਮਲਾ ਕਰੋ। ਜਦੋਂ ਘਾਟੀ ਵਿੱਚ ਦੀ ਲੰਘਣ ਲੱਗਣ, ਉਹਨਾਂ ਦੇ ਭਾਰੀ ਰਾਈਫਲਾਂ ਚਲਾ ਕੇ, ਤੋਪਾਂ ਚਲਾ ਕੇ ਉਹਨਾਂ ਨੂੰ ਘਾਇਲ ਕਰ ਦੋ। ਜਿਹੜੇ ਤੇ ਆਪਣੇ ਹਥਿਆਰ ਸੁੱਟ ਕੇ ਜਾਂਦੇ ਉਹਨਾਂ ਨੂੰ ਜਾਣ ਦਿਓ, ਜਿਹੜਾ ਆਪਣਾ ਆਪ ਅਰਪਣ ਕਰਕੇ ਜਾਂਦੇ ਉਹਨਾਂ ਨੂੰ ਜਾਣ ਦਿਓ। ਤੇ ਜਿਹੜੇ ਮਨੁੱਖ ਗੁਰੂ ਦੇ ਸਿੱਖ ਅੱਗੇ ਹੋ ਕੇ ਡਟਣਗੇ, ਆਕੜਨਗੇ, ਕਹਿੰਦੇ ਉਹਨਾਂ ਨੂੰ ਪਕੜ ਕੇ ਮੌਤ ਦੇ ਘਾਟ ਉਤਾਰ ਦਿਓ। ਜਿਤਨਾ ਸਾਜੋ ਸਮਾਨ ਹੈ ਲੁੱਟ ਲਿਓ, ਕੁਝ ਵਚਨ ਨਾ ਦਿਓ, ਰਹਿਣ ਨਾ ਦਿਓ। ਹੁਣ ਇਹ ਬਚਨ ਕੀਤੇ ਰਾਜਾ ਫਤਿਹ ਸ਼ਾਹ ਉਸ ਵਕਤ ਗੁਰੂ ਪਿਆਰਿਓ, ਇਹਨੇ ਵਿਚਾਰ ਕੀਤੀ, 500 ਜਿਹੜੇ ਘੋੜ ਸਵਾਰ ਅੱਗੇ ਭੇਜ ਦਿੱਤੇ, ਬਾਕੀ ਦੀ ਫੌਜ ਉਹਨਾਂ ਪਿੱਛੇ ਭੇਜ ਦਿੱਤੀ। ਛੇਤੀ ਦਿਨੇ ਜਾ ਕੇ ਘਾਟੀ ਦੇ ਉੱਤੇ ਜਾ ਕੇ ਕਬਜ਼ਾ ਕਰ ਲਓ, ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿਓ, ਮਾਰ ਦਿਓ ਸਾਰਿਆਂ ਨੂੰ, ਕੋਈ ਵੀ ਬਚਣਾ ਨਹੀਂ ਚਾਹੀਦਾ ਸਤਿਗੁਰ ਦਾ ਸਿੱਖ। ਏਦਾਂ ਕਰਕੇ ਉਹਨੇ ਹੁਕਮ ਅਦਾ ਕਰ ਦਿੱਤਾ। ਹੁਣ ਉਹਦੀ ਫੌਜ ਜਿਹਨੂੰ ਜਿੱਦਾਂ ਦਾ ਸ਼ਸਤਰ ਵਸਤਰ ਮਿਲੇ, ਕਿਸੇ ਨੂੰ ਰਾਈਫਲ ਬੰਦੂਕ, ਕਿਸੇ ਨੂੰ ਕਿਸੇ ਦੀ ਪ੍ਰਕਾਰ ਦੀ ਵਿਚਾਰ ਮਿਲੀ, ਕਿਸੇ ਨੂੰ ਵਰਸ਼ਾ ਕਿਰਪਾਨ ਨੇਜੇ ਤੀਰ, ਜਿੱਦਾਂ ਜਿੱਦਾਂ ਸ਼ਸਤਰ ਮਿਲੇ ਉਦਾਂ
ਫਟਾਫਟ ਹੜਬੜੀ ਦੇ ਵਿੱਚ ਉਥੋਂ ਤਿਆਰੀ ਕਰਕੇ ਘੋੜਿਆਂ ਤੇ ਸਵਾਰ ਹੋ ਕੇ ਉਹ ਸਤਿਗੁਰ ਦੇ ਸਿੱਖ ਭਾਈ ਆਨੰਦ ਚੰਦ ਦਇਆਰਾਮ ਪ੍ਰੋਤ ਸਤਿਗੁਰ ਦਾ ਸਿੱਖ ਹੋਰ ਅਨਨ ਪਿਆਰੇ ਸਿੱਖਾਂ ਸੇਵਕਾਂ ਨੂੰ ਇਹ ਘੇਰਨ ਵਾਸਤੇ ਪਕੜਨ ਵਾਸਤੇ ਇੱਥੋਂ ਸ਼੍ਰੀ ਨਗਰ ਤੋਂ ਚੱਲੇ ਨੇ। ਹੁਣ ਇਹ ਭੱਜੇ ਜਾ ਰਹੇ ਨੇ। ਉਧਰੋਂ ਸਿੱਖਾਂ ਨੂੰ ਪਤਾ ਲੱਗ ਗਿਆ ਕਿ ਰਾਜਾ ਭੀਮ ਚੰਦ ਸੈਨ ਦੇ ਕਹਿਣ ਦੇ ਮੁਤਾਬਕ ਰਾਜਾ ਫਤਿਹ ਸ਼ਾਹ ਦੀ ਜਿਹੜੀ ਮੱਤ ਫਿਰ ਚੁੱਕੀ ਹੈ, ਉਹਦੀ ਮੱਤ ਕਹਿੰਦੇ ਇਦਾਂ ਦੀ ਭ੍ਰਿਸ਼ਟ ਚੁੱਕੀ ਹੈ ਕਿ ਸਹੀ ਔਰ ਚੰਗੇ ਨੂੰ, ਗਲਤ ਔਰ ਸਹੀ ਨੂੰ ਪਛਾਣ ਨਹੀਂ ਸਕਿਆ। ਛੇਤੀ ਦੇਣੇ ਉਹ ਪਾਪੀ ਨੂੰ ਪਕੜਨ, ਉਹ ਪਾਪੀ ਨੇ ਸਾਨੂੰ ਪਕੜਨ ਦੀ ਵਿਚਾਰ ਬਣਾ ਲਈ, ਹਮਲਾ ਕਰਨ ਦੀ ਵਿਚਾਰ ਬਣਾ ਲਈ। ਉਹ ਜਦੋਂ ਇਹ ਪਤਾ ਲੱਗਿਆ ਨਾ ਸਾਰੇ ਸਿੱਖਾਂ ਨੂੰ, ਹੁਣ 500 ਘੋੜ ਸਵਾਰ ਹੈ, 100 ਘੋੜੇ ਉਹਨਾਂ ਦੇ ਨਾਲ ਉਹ ਹੈ ਜਿਹੜੇ ਸਿੱਖ ਨੇ ਸੇਵਾ ਕੀਤੇ ਸ਼੍ਰੀ ਨਗਰ ਤੋਂ ਲਿਆ ਕੇ। ਹੁਣ ਇਹ ਸਿੱਖਾਂ ਦੇ ਵਿੱਚ ਜਦੋਂ ਇਹ ਗੱਲ ਪਹੁੰਚੀ ਹੈ, ਪਤਾ ਲੱਗਿਆ, ਉਹਨਾਂ ਦੇ ਹਿਰਦੇ ਵਿੱਚ ਦਹਿਸ਼ਤ ਪ੍ਰਾਪਤ ਹੋਈ, ਡਰ ਅਨੁਭਵ ਹੋਇਆ, ਉਹਨਾਂ ਨੂੰ ਮਹਿਸੂਸ ਹੋਇਆ ਕਹਿੰਦੇ ਲਓ ਹੁਣ ਅਸੀਂ ਬਚ ਕੇ ਨਹੀਂ ਜਾ ਸਕਦੇ। ਰਾਜਾ ਫਤਿਹ ਸ਼ਾਹ ਦੀ ਜਿਹੜੀ ਫੌਜ ਹੈ ਬਹੁਤ ਵੱਡੀ ਗਿਣਤੀ ਵਿੱਚ ਹੈ, ਉਧਰੋਂ ਭੀਮ ਚੰਦ ਸੈਨ ਦੀ ਫੌਜ ਹੈ ਬਹੁਤ ਵੱਡੀ ਗਿਣਤੀ ਵਿੱਚ ਬਰਾਤ ਦੇ ਰੂਪ ਦੇ ਵਿੱਚ ਪਹੁੰਚੀ ਹੈ। ਹੁਣ ਬਹੁਤ ਵੱਡਾ ਨੁਕਸਾਨ ਹੋਵੇਗਾ, ਬਹੁਤ ਵੱਡੀ ਇਦਾਂ ਦੀ ਜੰਗ ਮਚੇਗੀ, ਇਦਾਂ ਦਾ ਵੱਡਾ ਨੁਕਸਾਨ ਹੋਵੇਗਾ। ਕਹਿੰਦੇ ਸਿੱਖਾਂ ਦਾ ਘਾਣ ਕਰ ਕੀਤਾ ਜਾਵੇਗਾ, ਇਹਨਾਂ ਸਿੱਖਾਂ ਦਾ 500 ਦੇ ਵਿੱਚੋਂ ਕੋਈ ਬਚ ਕੇ ਨਹੀਂ ਜਾ ਸਕਦਾ। ਉਹ ਆਪਸ ਦੇ ਵਿੱਚ ਇਦਾਂ ਗੱਲਾਂ ਕਰਨ ਲੱਗੇ। ਇਹ ਹੁਣ ਗੱਲਾਂ ਕਰਦੇ ਕਰਦਿਆਂ ਦੇ ਵਿੱਚ ਇੱਕ ਸਿੱਖ ਸੀ, ਉਹਨੂੰ ਸਤਿਗੁਰ ਦੀ ਗੱਲ ਯਾਦ ਆਈ। ਜਿਸ ਵੇਲੇ ਬਰਾਤ ਉਥੋਂ ਤੁਰੇ ਆ ਨਾ ਪੌਂਟਾ ਸਾਹਿਬ ਦੀ ਧਰਤੀ ਤੋਂ, ਰਾਜਾ ਫਤਿਹ ਸ਼ਾਹ ਦੀ ਲੜਕੀ ਦੇ ਵਿਆਹ ਆਨੰਦ ਕਾਰਜ ਦੇ ਸੰਬੰਧ ਵਿੱਚ ਆਏ ਸਨ ਤੇ ਭਾਈ ਆਨੰਦ ਚੰਦ ਸਤਿਗੁਰ ਦਾ ਸਿੱਖ ਦੀਵਾਨ ਹੈ, ਭਾਈ ਦਇਆਰਾਮ, ਜਦੋਂ ਸਤਿਗੁਰ ਜੀ ਕੋਲੋਂ ਤੁਰੇ ਨੇ ਉੱਥੋਂ, ਉਹ ਹੁਣ ਵਿਚਾਰਾਂ ਹੋਈਆਂ ਸਨ ਆਪਸ ਦੇ ਵਿੱਚ ਕਿ ਸਤਿਗੁਰ ਜੀ ਤੁਸੀਂ ਭੇਜਦੇ ਰਹੇ ਹੋ, ਪਰ ਇਹ ਪਾਪੀ ਆ ਨਾ ਜਿਹੜੇ ਪਹਾੜੀ ਰਾਜੇ, ਇਹਨਾਂ ਦੀ ਮੱਤ ਫਿਰਨ ਲੱਗਿਆਂ ਦੇਰ ਨਹੀਂ ਲੱਗਦੀ। ਹੁਣ ਜਿਹੜੇ ਪਾਪੀ ਮਨੁੱਖ ਹੈ ਨਾ, ਉਹਨਾਂ ਦਾ ਕੀ ਪਤਾ ਮੌਕੇ ਤੇ ਕੀ ਕਹਿ ਦੇਣਾ, ਕੀ ਵਿਚਾਰ ਕਰਨੀ, ਕਿੱਦਾਂ ਦੀ ਉਹਨਾਂ ਦੀ ਮੱਤ ਨੇ ਕੰਮ ਕਰਨਾ, ਕੀ ਉਹਨਾਂ ਦੇ ਹਿਰਦੇ ਵਿੱਚ ਬੁਲਬੁਲਾ ਉਤਪੰਨ ਹੋਣਾ, ਕੋਈ ਪਤਾ ਨਹੀਂ ਨਾ। ਉਸ ਵਕਤ ਰਾਜਾ ਫਤਿਹ ਸ਼ਾਹ ਦੀ ਲੜਕੀ ਦੇ ਵਿਆਹ ਆਨੰਦ ਕਾਰਜ ਦੇ ਸੰਬੰਧ ਵਿੱਚ ਆਉਣ ਲੱਗੇ ਸਿੱਖਾਂ ਨੇ ਗੁਰੂ ਸਤਿਗੁਰ ਨਾਲ ਬਚਨ ਵਿਲਾਸ ਕੀਤੇ ਸਨ ਤੇ ਸਤਿਗੁਰ ਜੀ ਨੇ ਵੀ ਬਚਨ ਕੀਤੇ ਸੀ, ਸਿੱਖੋ ਬੇਫਿਕਰ ਹੋ ਕੇ ਚਲੇ ਜਾਓ। ਉਹਨਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਜਾ ਤੇ ਰਹੇ ਆ, ਕੋਈ ਪਹਾੜੀ ਰਾਜੇ ਮਾੜੀ ਮੱਤ ਫੇਰ ਕੇ ਸਾਨੂੰ ਨੁਕਸਾਨ ਨਾ ਪਹੁੰਚਾਉਣ, ਸਾਡੇ ਉੱਤੇ ਇਦਾਂ ਦੀ ਵਿਚਾਰ ਦਾ ਪ੍ਰਭਾਵ ਨਾ ਪਾਉਣ, ਆਪ ਜੀ ਕਿਰਪਾ ਰਹਿਮਤ ਬਣਾਈ ਰੱਖਿਓ। ਸਤਿਗੁਰੂ ਜੀ ਨੇ ਬਚਨ ਕੀਤੇ ਸਨੋ, ਸਿੱਖੋ ਬਾਲ ਨਹੀਂ ਵਿੰਗਾ ਹੋਣ ਦਿੰਦੇ, ਕਦਾਚਿਤ ਕਿਸੇ ਪ੍ਰਕਾਰ ਕੋਈ ਇਦਾਂ ਦੀ ਨੌਬਤ ਨਹੀਂ ਆਉਣ ਦਿੰਦੇ, ਬੇਫਿਕਰ ਹੋ ਕੇ ਚਲੇ ਜਾਓ। ਗੁਰੂ ਨਾਨਕ ਦੇ ਦਰ ਕਰ ਦੇ ਉੱਤੇ ਭਰੋਸਾ ਯਕੀਨ ਵਿਸ਼ਵਾਸ ਰੱਖ ਕੇ ਚਲੇ ਜਾਓ। ਤੇ ਜਦੋਂ ਵਿਸ਼ਵਾਸ ਰੱਖ ਕੇ ਜਾਵੋਗੇ, ਯਕੀਨ ਰੱਖ ਕੇ ਜਾਵੋਗੇ, ਸਤਿਗੁਰ ਦੀ ਕਿਰਪਾ ਰਹਿਮਤ ਜ਼ਰੂਰ ਬਣੇਗੀ। ਭਾਵਨਾ ਬਣਾ ਕੇ ਜਾਇਓ, ਸ਼ਰਧਾ ਬਣਾ ਕੇ ਜਾਇਓ, ਪ੍ਰੇਮ ਬਣਾ ਕੇ ਜਾਇਓ। ਹੁਣ ਇਦਾਂ ਦੀ ਵਿਚਾਰ ਬਣਾ ਕੇ ਜਾਵੋਗੇ ਤੇ ਸਤਿਗੁਰ ਦੇ ਦਰ ਕਰ ਦੇ ਵਿੱਚੋਂ ਕਦਾਚਿਤ ਵੀ ਕਿਸੇ ਪ੍ਰਕਾਰ ਨਾਰਾਜ਼ਗੀ ਪ੍ਰਾਪਤ ਨਹੀਂ ਹੋਵੇਗੀ, ਮਨ ਦੇ ਵਿੱਚ ਇਦਾਂ ਦੀ ਪ੍ਰਾਪਤੀ ਨਹੀਂ ਹੋਵੇਗੀ ਕਿ ਕੋਈ ਮਨੁੱਖ ਖਾਲੀ ਝੋਲੀ ਮੁੜੇ, ਭਾਵ ਨਹੀਂ ਮੁੜਦਾ। ਹੁਣ ਉਸ ਵਕਤ ਇਦਾਂ ਜਦੋਂ ਸਿੱਖਾਂ ਦੇ ਵਿੱਚ ਇੱਕ ਸਿੱਖ ਨੂੰ ਯਾਦ ਆਈ ਨਾ ਗੱਲ, ਉਹਨੇ 500 ਫੌਜ ਦੇ ਵਿੱਚ ਉੱਚੀ ਦੇਣੇ ਆਵਾਜ਼ ਗਰਜ ਕੇ ਬੋਲਿਆ, ਕਹਿੰਦੇ ਉਹ ਸਿੱਖੋ ਸਤਿਗੁਰ ਦੇ ਯਕੀਨ ਰੱਖੋ, ਵਿਸ਼ਵਾਸ ਰੱਖੋ। ਜਦੋਂ ਸਤਿਗੁਰੂ ਜੀ ਨੇ ਸਾਨੂੰ ਇੱਧਰ ਭੇਜਿਆ ਸੀ, ਬਚਨ ਕੀਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿ ਘਬਰਾਇਓ ਨਾ, ਤਕਲੀਫ ਆਵੇਗੀ, ਕੋਈ ਮੁਸੀਬਤ ਬਣੇਗੀ, ਯਾਦ ਰੱਖਿਓ, ਅਰਦਾਸ ਬੇਨਤੀ ਕਰਿਓ, ਸਤਿਗੁਰੂ ਜੀ ਕਿਰਪਾ ਕਰਨਗੇ।
ਉਹ ਸਿੱਖੋ ਦੁੱਖ ਕਿਉਂ ਪ੍ਰਾਪਤ ਕਰਨੇ ਹੋ ਭਈ। ਸਤਿਗੁਰ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਵਿੱਚ ਅੰਤਰ ਧਿਆਨ ਹੋ ਕੇ ਅਰਦਾਸ ਬੇਨਤੀ ਕਰੋ। ਸਤਿਗੁਰ ਜੀ ਜ਼ਰੂਰ ਕਿਰਪਾ ਕਰਨਗੇ, ਰਹਿਮਤ ਕਰਨਗੇ। ਅਰਦਾਸ ਵਿੱਚ ਬਹੁਤ ਵੱਡੀ ਤਾਕਤ ਹੈ, ਬਹੁਤ ਜ਼ਿਆਦਾ ਇਦਾਂ ਦੀ ਵਿਚਾਰ ਹੈ। ਕਹਿੰਦੇ ਅਰਦਾਸ ਕੀਤੀ ਹੈ ਨਾ ਸਿੱਖ ਦੀ, ਮਨ ਇਕਾਗਰ ਹੋਈ ਤੇ ਯੁੱਗ ਪਲਟ ਜਾਂਦੇ ਨੇ। ਇਹ ਤੇ ਕਾਰਜ ਹੀ ਬਹੁਤ ਛੋਟਾ ਹੈ, ਯੁੱਗ ਪਲਟ ਜਾਂਦੇ ਜੇ ਸਤਿਗੁਰ ਦੇ ਸਿੱਖ ਦੀ ਕਿਸੇ ਗੁਰੂ ਦੇ ਬਖਸ਼ੇ ਦੀ ਅਰਦਾਸ ਕੀਤੀ ਜਾਵੇ। ਕਿਵੇਂ? ਕਹਿੰਦੇ ਸਤਿਗੁਰ ਦੀ ਕਿਰਪਾ ਰਹਿਮਤ ਫਿਰ ਵਰਤ ਜਾਂਦੀ ਹੈ, ਦਇਆ ਵਰਤ ਜਾਂਦੀ ਹੈ। ਉਸ ਵਕਤ ਕਹਿੰਦੇ ਇਦਾਂ ਦਾ ਸਮਾਂ ਆਣ ਕੇ ਜਦੋਂ ਪੈ ਜਾਵੇ ਸਿੱਖ ਸੱਚੇ ਮਨੋਂ ਸਤਿਗੁਰ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਨਾਲ ਧਿਆਨ ਲਾ ਕੇ ਅਰਦਾਸ ਬੇਨਤੀ ਕਰਦੇ, ਕੋਈ ਵੀ ਮਨੁੱਖ ਹੈ ਭਾਵੇਂ, ਉਹ ਜਦੋਂ ਸਤਿਗੁਰ ਦੇ ਦਰ ਕਰ ਵਿਖੇ ਅਰਦਾਸ ਬੇਨਤੀ ਪਹੁੰਚ ਜਾਂਦੀ ਹੈ ਤੇ ਸਤਿਗੁਰ ਦੇ ਸਨਮੁਖ ਕੀਤੀ ਅਰਦਾਸ ਇਦਾਂ ਦੀ ਪ੍ਰਵਾਨੀ ਜਾਂਦੀ, ਯੁੱਗ ਤੱਕ ਪਲਟ ਜਾਂਦੇ ਨੇ। ਕਾਰਜ ਜਿਹੜੇ ਸਫਲੇ ਹੋਣ ਦੀ ਉਮੀਦ ਨਹੀਂ ਉਹ ਸਫਲੇ ਹੋ ਜਾਂਦੇ ਨੇ, ਸਤਿਗੁਰ ਦੀ ਦਇਆ ਵਰਤ ਜਾਂਦੀ। ਜਿਵੇਂ ਆ ਦੇਖਿਆ ਨਾ ਕਿ ਮਸਤਾਨੇ ਮੂਵੀ ਫਿਲਮ ਆਈ ਸਿੱਖਾਂ ਦੀ, ਸਿੱਖੀ ਦੇ ਆਧਾਰ ਤੇ ਉਹ ਅਰਦਾਸ ਦੀ ਤਾਕਤ ਉਹਦੇ ਵਿੱਚ ਬਿਆਨ ਕੀਤੀ ਗਈ ਹੈ। ਕਿਵੇਂ ਹੋਇਆ? ਕਹਿੰਦੇ ਉਹਨਾਂ ਆਮ ਸਿੱਖ ਸੀ, ਉਹ ਆਮ ਮਨੁੱਖ ਸੀ। ਭੰਡ ਜੀ ਨੂੰ ਕਹਿੰਦੇ ਜਿਹੜੇ ਨਕਲਚੀ ਹੈ, ਨਕਲੀ ਲਾਉਂਦੇ, ਨਕਲ ਲਾਉਂਦੇ ਨੇ, ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਦਾਂ ਕਰਕੇ, ਉਸ ਸਮੇਂ ਦੇ ਰਾਜੇ ਨੇ ਕਿਹਾ, ਕਹਿੰਦੇ ਇਦਾਂ ਕਰਕੇ ਤੁਸੀਂ ਇਉਂ ਕਰੋ ਕਿ ਸਾਨੂੰ ਸਿੱਖਾਂ ਦੀ ਜਿਹੜੀ ਵਿਚਾਰ ਹੈ ਉਹ ਦੱਸੋ, ਸਿੱਖ ਕਿੱਦਾਂ ਦੇ ਹੁੰਦੇ ਨੇ, ਉਹਨਾਂ ਦੀ ਕਿੱਦਾਂ ਦੀ ਵਿਚਾਰ ਹੁੰਦੀ, ਰਹਿੰਦੇ ਕਿਵੇਂ ਆ, ਕਰਦੇ ਕੀ ਹੈ, ਉਹਨਾਂ 'ਚ ਤਾਕਤ ਇਹਨੇ ਕਿਵੇਂ ਆਉਂਦੀ, ਸਾਡੀ ਉਹਨਾਂ ਦੀ ਨਕਲ ਲਾ ਕੇ ਦਿਖਾਓ ਸਾਨੂੰ। ਜਦੋਂ ਉਹਨਾਂ ਨੂੰ ਕਿਹਾ ਨਾ ਭੰਡਾਂ ਨੂੰ, ਨਕਲ ਲਾਉਣ ਵਾਲਿਆਂ ਨੂੰ, ਉਹਨਾਂ ਨੇ ਉਸੇ ਤਰ੍ਹਾਂ ਸਿੱਖਾਂ ਦਾ ਬਾਣਾ ਪਾਇਆ, ਸਿੱਖਾਂ ਦੇ ਤਰ੍ਹਾਂ ਘੋੜੇ ਪ੍ਰਾਪਤ ਕੀਤੇ, ਸ਼ਾਸਤਰ ਵਸਤਰ ਪ੍ਰਾਪਤ ਕੀਤੇ। ਉਸੇ ਤਰ੍ਹਾਂ ਮੁਖ ਦੇ ਵਿੱਚ ਜਿਵੇਂ ਸਿੱਖ ਬਾਣੀ ਪੜ੍ਹਦੇ ਰਹਿੰਦੇ ਨਾ, ਤੁਰਦੇ ਫਿਰਦੇ, ਚੱਲਦੇ ਫਿਰਦੇ, ਕਈ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦੇ, ਕਈ ਸਤਿਗੁਰ ਦੀ ਬਾਣੀ ਪੜ੍ਹਦੇ ਰਹਿੰਦੇ ਮੁਖ ਦੇ ਵਿੱਚ। ਇਉਂ ਲੱਗਦਾ ਮੁਖ ਤੋਂ ਜਿਵੇਂ ਕੁਝ ਮੁਖ ਦੇ ਵਿੱਚੋਂ ਬੜਬੜਾਉਂਦੇ ਨੇ, ਇਦਾਂ ਪ੍ਰਤੀਤ ਹੁੰਦਾ। ਉਹਨਾਂ ਨੇ ਉਸੇ ਤਰ੍ਹਾਂ ਘੋੜੇ ਪ੍ਰਾਪਤ ਕੀਤੇ, ਉਸ ਤਰ੍ਹਾਂ ਲਿਬਾਸ ਪ੍ਰਾਪਤ ਕੀਤਾ, ਤੇ ਉਸੇ ਤਰ੍ਹਾਂ ਜਿਹੜੇ ਟਿੱਡੀ ਦਲ ਹੈ, ਭਾਵ ਆਪਣੇ ਵਿਰੋਧੀ ਦਲ ਹੈ, ਉਹਨਾਂ ਨੂੰ ਪ੍ਰਾਪਤ ਕੀਤਾ ਉਸੇ ਤਰ੍ਹਾਂ। ਇਹ ਸਾਰਾ ਹੈ ਤੇ ਨਕਲੀ ਕੰਮ ਸੀ। ਪਰ ਜਦੋਂ ਉਹਨਾਂ ਨੇ ਨਕਲ ਕਰਦੇ ਕਰਦਿਆਂ ਨੇ ਸਤਿਗੁਰ ਦੇ ਸਿੱਖਾਂ ਦੀ ਨਕਲ ਕੀਤੀ ਨਾ, ਅਰਦਾਸ ਦੀ ਨਕਲ ਕਰਨ ਲੱਗ ਪਏ, ਅਰਦਾਸ ਦੀ ਨਕਲ ਕੀਤੀ। ਅਰਦਾਸ ਹੁਣ ਜਿਹੜੀ ਸੀ ਮਨ ਬਿਰਤੀ ਇਕਾਗਰ ਚਿਤ ਹੋ ਕੇ ਸਤਿਗੁਰ ਦੇ ਸਨਮੁਖ ਪਹੁੰਚ ਗਈ। ਤੇ ਜਦੋਂ ਅਰਦਾਸ ਸਤਿਗੁਰ ਦੇ ਸਨਮੁਖ ਪਹੁੰਚੀ ਹੈ, ਉਹਨਾਂ ਉਦਾਂ ਦੇ ਮਨੁੱਖਾਂ ਨੇ, ਭੰਡਾਂ ਨੇ, ਉਹ ਨਕਲਜੀ ਮਨੁੱਖਾਂ ਨੇ ਅਰਦਾਸ ਕੀਤੀ। ਅਰਦਾਸ ਸਤਿਗੁਰ ਦੇ ਚਰਨਾਂ ਤੇ ਪ੍ਰਵਾਨੀ ਗਈ। ਉਹ ਸਤਿਗੁਰ ਦੇ ਚਰਨਾਂ ਤੇ ਜਦੋਂ ਪ੍ਰਵਾਨੀ ਗਈ, ਉਹਨਾਂ ਨਕਲਜੀ ਮਨੁੱਖਾਂ ਨੇ ਇਦਾਂ ਦਾ ਰੂਪ ਧਾਰਨ ਕਰ ਲਿਆ ਪ੍ਰਮਾਤਮਾ ਵੱਲੋਂ ਕਿ ਜਿਹੜੀ ਜੰਗ ਉਹਨਾਂ ਨੇ ਨਕਲ ਕਰਨੀ ਸੀ, ਝੂਠੀ ਮੂਠੀ ਕਰਨੀ ਸੀ, ਦਿਖਾਵਾ ਜਿਹਾ ਦਿਖਾਉਣਾ ਸੀ, ਉਹ ਜੰਗ ਇੱਕ ਸੱਚਮੁੱਚ ਦੇ ਨਾਮ ਦੇ ਵਿੱਚ ਤਬਦੀਲ ਹੋ ਗਈ। ਉਹਨਾਂ ਨੇ ਕਾਫੀ ਵੱਡੇ ਜਿਹੜੇ ਉਹ ਫੌਜਦਾਰ ਸਨ, ਨਕਲੀ, ਇੱਕ ਤੋਂ ਦੂਜੇ ਪਾਸੇ ਵਿਰੋਧੀ ਖਿਲਾਰੇ ਸਨ, ਉਹਨਾਂ ਨੂੰ ਵੱਢ ਡੁੱਕੀ ਕਰਨ ਲੱਗ ਪਏ, ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਤੋ ਸਾਹਮਣੇ ਬੈਠੇ ਕਹਿੰਦੇ ਜਿਨ੍ਹਾਂ ਨੇ ਨਕਲ ਦੇਖਣੀ ਸੀ ਉਸ ਸਮੇਂ ਦੇ ਰਾਜਿਆਂ ਨੇ, ਉਹ ਵੇਖ ਕੇ ਹੈਰਾਨ ਹੋ ਗਏ। ਕਹਿੰਦੇ ਇਹਨਾਂ ਨੂੰ ਨਕਲ ਕਰਨ ਵਾਸਤੇ ਕਿਹਾ ਸੀ ਤੇ ਸੱਚੀ ਮੁੱਚੀ ਵੱਢ ਟੁੱਕ ਕਰਨ ਲੱਗ ਪਏ, ਕਾਫੀ ਫੌਜ ਨੂੰ ਮਾਰ ਦਿੱਤਾ। ਇੰਨੀ ਤਾਕਤ, ਇੰਨਾ ਜੋਸ਼ ਕਿੱਥੋਂ ਆਇਆ ਇਹਨਾਂ 'ਚ? ਉਹ ਜਦੋਂ ਸਭ ਕੁਝ ਸਾਰੀ ਸਮਾਪਤੀ ਹੋਈ, ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਤੁਹਾਨੂੰ ਤੇ ਨਕਲ ਕਰਨ ਨੂੰ ਕਿਹਾ ਸੀ, ਤੁਸੀਂ ਸੱਚਮੁੱਚ ਇਹ ਵੱਢ ਟੁੱਕੀ ਕਰ ਦਿੱਤੀ, ਕਾਰਨ ਕੀ? ਉਹ ਕਹਿੰਦੇ ਜਦੋਂ ਉਹਨਾਂ ਨੇ ਦੱਸਿਆ, ਕਹਿੰਦੇ ਪਹਿਲਾਂ ਸਾਰੀ ਵਾਰਤਾ ਜਿਹੜੀ ਨਕਲ ਹੀ ਚੱਲਦੀ ਰਹੀ, ਪਰ ਜਦੋਂ ਅਸੀਂ ਅਰਦਾਸ ਕਰ ਦਿੱਤੀ, ਅਰਦਾਸ ਤੋਂ ਬਾਅਦ ਪਤਾ ਨਹੀਂ ਸਾਡੇ ਦਿਮਾਗ ਦੇ ਵਿੱਚ, ਮਾਈਂਡ ਦੇ ਵਿੱਚ ਕੀ ਪ੍ਰਾਪਤ ਹੋ ਗਿਆ, ਪਤਾ ਹੀ ਨਹੀਂ ਲੱਗਿਆ ਕੁਝ, ਕਿੰਨਾ ਜੋਸ਼ ਆ ਗਿਆ।
ਸਾਡੇ ਵਿੱਚ ਇੰਨਾ ਜੋਸ਼ ਆ ਗਿਆ ਕਿ ਪਹਾੜ ਨੂੰ ਵੀ ਐ ਪਲਟਾ ਕੇ ਧਰਤੀ ਤੇ ਸੁੱਟਣ ਦੀ ਤਾਕਤ ਆ ਗਈ ਸਾਡੇ ਵਿੱਚ, ਐਡੀ ਵਿਚਾਰ ਹੋ ਗਈ। ਤੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੁਣ ਜਿਹੜੀ ਮਸਤਾਨਾ ਮੂਵੀ ਬਣਾਈ ਸੀ ਨਾ, ਉਹਨਾਂ ਨੇ ਇਸ ਆਧਾਰ ਤੇ ਬਣਾਈ। ਭਾਵੇਂ ਅਜੇ ਤੱਕ ਉਹ ਮਸਤਾਨਾ ਮੂਵੀ ਦੇਖਣ ਦਾ ਸੁਭਾਗ ਨਹੀਂ ਪ੍ਰਾਪਤ ਹੋਇਆ, ਪਰ ਸਤਿਗੁਰੂ ਜੀ ਕਿਰਪਾ ਕਰਦੇ ਨੇ। ਇਹ ਅਰਦਾਸ ਬੇਨਤੀ ਦੀ ਐਡੀ ਵੱਡੀ ਤਾਕਤ ਹੈ। ਉਹ ਸਤਿਗੁਰੂ ਜੀ ਇੱਕ ਝੂਠ ਨੂੰ ਸੱਚ ਦੇ ਵਿੱਚ ਤਬਦੀਲ ਕਰ ਦਿੰਦੇ ਨੇ। ਵਾਹਿਗੁਰੂ ਸਤਿਗੁਰੂ ਜੀ ਇਦਾਂ ਦੀ ਵਿਚਾਰ ਬਣਾ ਦਿੰਦੇ ਨੇ ਕਿ ਜੇਕਰ ਕੋਈ ਅਣਹੋਣੀ ਨੂੰ ਹੋਣੀ ਵਿੱਚ ਤਬਦੀਲ ਕਰ ਦਿੰਦੇ ਨੇ, ਜੇ ਅਰਦਾਸ ਬੇਨਤੀ ਕੀਤੀ ਜਾਵੇ। ਇਦਾਂ ਸਤਿਗੁਰ ਦੇ ਸਨਮੁਖ ਅਰਦਾਸ ਬੇਨਤੀ ਪ੍ਰਵਾਨੀ ਜਾਵੇ, ਫਿਰ ਸਤਿਗੁਰ ਜੀ ਕਿਰਪਾ ਕਰ ਦਿੰਦੇ, ਉਹ ਜੁਗਾਂ ਨੂੰ ਪਲਟਾ ਦਿੰਦੇ ਨੇ, ਕਿਰਪਾ ਰਹਿਮਤ ਹੋ ਜਾਂਦੀ ਹੈ। ਹੁਣ ਇਹਨਾਂ ਸਿੱਖਾਂ ਨੇ ਵਿਚਾਰ ਕੀਤੀ, ਕਹਿੰਦੇ ਉਹ ਸਿੱਖੋ ਡਰੋ ਨਾ, ਘਬਰਾਓ ਨਾ। ਗੁਰੂ ਸਤਿਗੁਰ ਨੇ ਬਚਨ ਕੀਤੇ ਸਨ, ਜਦੋਂ ਕੋਈ ਵਿਘਨ ਆ ਕੇ ਪਵੇ ਅਰਦਾਸ ਬੇਨਤੀ ਕਰਿਓ, ਯਾਦ ਕਰਿਓ, ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਵੇਗਾ। ਹੁਣ ਤੁਸੀਂ ਦੇਰੀ ਕਿਉਂ ਲਾਉਨੇ ਹੋ? ਸਤਿਗੁਰ ਜੀ ਨੂੰ ਯਾਦ ਕਰੋ, ਮਨ ਵਿਰਦੀਆਂ ਕਾਗਰੋ ਗਏ, ਸਿਮਰਨ ਕਰੋ ਸਤਿਗੁਰ ਦਾ, ਬੇਨਤੀ ਕਰੋ ਸਤਿਗੁਰ ਦੀ ਅੰਗ ਸੰਗ ਵਰਤਣਗੇ। ਪੂਰਾ ਪਰਿਵਾਰ ਤੇ ਉਹ ਡਾਕਟਰ ਉਸ ਵਕਤ ਉਹਨਾਂ ਸਿੱਖਾਂ ਨੇ ਗੁਰੂ ਜੀ ਦੇ ਦਰ ਦਾ ਪੱਕਾ ਸੇਵਕ ਬਣ ਗਿਆ। ਮਨ ਵਿਰਤੀ ਕਾਗਰ ਕਰਕੇ ਕਈ ਵਾਰੀ ਸਾਨੂੰ ਇਦਾਂ ਲੱਗਦਾ ਹੈ ਕਿ ਸਾਨੂੰ ਗੁਰਬਾਣੀ ਪੜਨ ਜਾਂ ਗੁਰਦੁਆਰੇ ਜਾਣ ਦੀ ਕੀ ਲੋੜ, ਸੰਗ ਵਰਤਿਓ, ਕਿਉਂਕਿ ਅਸੀਂ ਕਿਹੜਾ ਕਿਸੇ ਦਾ ਬੁਰਾ ਕਰਦੇ ਹਾਂ। ਭਾਵੇਂ ਸੁੱਖ ਹੈ, ਪਰ ਸੰਗਤ ਜੀ ਭਾਵੇਂ ਦਿਨ ਹੈ ਰਾਤ ਨਹੀਂ ਹੈ, ਸੋਚਣਾ ਤੇਰੇ ਆ ਤੇਰੇ ਬਣ ਕੇ ਰਵਾਂਗੇ। ਬਹੁਤ ਚੰਗੀ ਗੱਲ ਹੈ ਕਿ ਅਸੀਂ ਕਿਸੇ ਦਾ ਬੁਰਾ ਪ੍ਰਾਪਤ ਹੋਇਆ ਇਹਦੇ ਵਿੱਚ ਸਹਾਇਤਾ ਕਰਿਓ, ਸਾਡੇ ਉੱਪਰ ਸਮਾਂ ਵੀ ਵਿਚਰਨ ਦੀ ਸਮਰੱਥਾ ਬਖਸ਼ਿਓ, ਪਰ ਆਉਣ ਵਾਲੇ ਸਮੇਂ ਵਿੱਚ ਸਾਡੇ ਨਾਲ ਕੁਝ ਵੀ ਵਾਪਰ ਸਕਦਾ ਹੈ। ਉਸ ਵਕਤ ਬੇਨਤੀ ਕਰ ਲਗੇ, ਚੰਗਿਆਂ ਮੰਦਿਆਂ ਤੇਰਿਆਂ ਦੀ ਤੈਨੂੰ ਲਾਜ ਹੈ, ਉਸ ਨੂੰ ਕਦੀ ਨਹੀਂ ਭੁੱਲਣਾ ਕਿਰਪਾ ਕਰ ਰਹਿਮਤ ਕਰ, ਜਿੱਦਾਂ ਦੇ ਵੀ ਬਸ ਤੇਰੇ ਆ, ਜੇਕਰ ਤੇਰੇ ਹੋ ਗਏ ਹੁਣ ਤੇਰਿਆਂ ਦੀ ਤੈਨੂੰ ਲਾਜ ਹੈ। ਤੇਰੀ ਡਿਊਟੀ ਬਣਦੀ, ਜ਼ਿੰਮੇਵਾਰੀ ਬਣਦੀ ਸਤਿਗੁਰ ਜੀ ਕਿ ਆਪਣੇ ਸੇਵਕਾਂ ਦੀ ਪੱਦ ਬਰੋ ਇੱਜ਼ਤ ਰੱਖੇ। ਜਦੋਂ ਅਰਦਾਸ ਬੇਨਤੀ ਕੀਤੀ, ਇਹ ਹੁਣ ਅੱਗੇ ਤੁਰੇ ਜਾ ਰਹੇ ਨੇ, ਅੱਗੇ ਘਾਟੀ ਆ ਗਈ। ਉਹੀ ਉਹ ਘਾਟੀ ਤੇ ਪਹੁੰਚੇ, ਕੀ ਦੇਖਦੇ ਨੇ? ਉਹ ਸਾਹਮਣੇ ਜਿੱਤੇ ਸੁਣਿਆ ਸੀ ਨਾ ਇਹਨਾਂ ਨੇ ਕਿ 500 ਦੀ ਫੌਜ ਆ ਗਈ ਘੇਰਾ ਪਾ ਕੇ। ਉੱਥੇ ਹੁਣ ਦੇਖਦੇ ਨੇ, ਕੀ ਦੇਖਦੇ? ਕਹਿੰਦੇ ਕੁਝ ਕੁ ਗਿਣਤੀ ਦੇ ਹੀ ਇਹ ਪਾਪੀ ਦਲ ਖੜੇ ਨੇ, ਟਿੱਡੀ ਦਲ ਖਲੋਤੇ ਨੇ ਘਾਟੀ ਦੇ ਉੱਤੇ। ਇਹਨਾਂ ਨੇ ਵਿਚਾਰ ਕੀਤੀ, ਹੁਣ ਬਹੁਤੀ ਜਿਹੜੀ ਫੌਜ ਹੈ ਉਹ ਅਜੇ ਤੱਕ ਪਹੁੰਚੀ ਨਹੀਂ। ਸਤਿਗੁਰ ਨੇ ਕਿਰਪਾ ਕਰ ਦਿੱਤੀ, ਬਹੁਤੀ ਫੌਜ ਨੂੰ ਰਸਤੇ ਵਿੱਚ ਹੀ ਅਟਕਾ ਦਿੱਤਾ, ਇੱਥੇ ਤੱਕ ਪਹੁੰਚਣ ਹੀ ਨਹੀਂ ਦਿੱਤਾ। ਤੇ ਜੇਕਰ ਅਸੀਂ ਘਾਟੀ ਲੰਘ ਗਏ, ਅੱਗੇ ਥੋੜੀ ਦੂਰੀ ਤੇ ਸਤਿਗੁਰ ਦੀ ਕਿਰਪਾ ਰਹਿਮਤ ਵਰਤੇਗੀ। ਪੌਂਟਾ ਸਾਹਿਬ ਦੀ ਧਰਤੀ ਹੈ, ਉਹ ਪੌਂਟਾ ਸਾਹਿਬ ਦਾ ਕਿਲਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਥੇ ਵਿਰਾਜਮਾਨ ਨੇ। ਉਹਨਾਂ ਨੇ ਇਹ ਵਿਚਾਰ ਕੀਤੀ, ਕਹਿੰਦੇ ਹੁਣ ਥੋੜੀ ਗਿਣਤੀ ਵਿੱਚ ਇਹ ਫੌਜ ਪਹੁੰਚੀ। ਇਹ ਫੌਜ ਪਹੁੰਚੀ ਨੂੰ ਹੁਣ ਮੌਤ ਦੇ ਘਾਟ ਉਤਾਰ ਦਿਓ ਇਹਨਾਂ ਨੂੰ। ਰਾਈਫਲਾਂ ਚਲਾ ਕੇ, ਨਿਸ਼ਾਨੇ ਬਣਾ ਕੇ, ਤੀਰ ਚਲਾ ਕੇ, ਨੇਜੇ ਚਲਾ ਕੇ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿਓ। ਉਹ ਸਿੱਖ ਜਦੋਂ ਇਹਨਾਂ ਨੇ ਵੱਡਾ ਹੱਲਾ ਬੋਲ ਕੇ ਘਾਟੀ ਤੇ ਆਈ ਪਾਪੀ ਦਲ, ਟੱਡੀ ਦਲ ਫੌਜ ਨੂੰ ਹਮਲਾ ਕੀਤਾ, ਉਹ ਥੋੜੀ ਫੌਜ ਇੱਕੇ ਦਮ ਉਹਨਾਂ ਦੇ ਵਿੱਚ ਤੜਥਲ ਮਚ ਗਈ। ਕੋਈ ਕਿੱਧਰ ਨੂੰ ਭੱਜ ਗਿਆ, ਕੋਈ ਕਿੱਧਰ ਨੂੰ ਆਪਣੀ ਜਾਨ ਬਚਾ ਕੇ। ਹੁਣ ਸਿੱਖਾਂ ਦੇ ਉੱਤੇ ਜਿਹੜਾ ਉਹਨਾਂ ਨੇ ਹਮਲਾ ਕਰਨਾ ਸੀ, ਇਹਨਾਂ ਦਾ ਨੁਕਸਾਨ ਕਰਨਾ ਸੀ, ਉਹਨਾਂ ਨੂੰ ਸਮਝ ਹੀ ਨਹੀਂ ਪਈ ਕਿ ਅਸੀਂ ਕਿਵੇਂ ਕਰਕੇ ਇਹਨਾਂ ਦੇ ਉੱਤੇ ਹਮਲਾ ਕਰੀਏ, ਕਿਵੇਂ ਇਹਨਾਂ ਨੂੰ ਬੰਦੀ ਬਣਾਈਏ, ਕਿਵੇਂ ਲੁੱਟੀਏ ਇਹਨਾਂ ਨੂੰ, ਕਿਵੇਂ ਕਰਕੇ ਇਹਨਾਂ ਦਾ ਨੁਕਸਾਨ ਪਹੁੰਚਾਈਏ। ਉਹ ਇਹਨਾਂ ਦਾ ਵਾਲ ਵਿੰਗਾ ਨਹੀਂ ਕਰ ਸਕੇ, ਕਿਉਂਕਿ ਸਤਿਗੁਰ ਦੇ ਸਰਮੁਖ ਅਰਦਾਸ ਕੀਤੀ ਸੀ ਨਾ ਸਤਿਗੁਰ ਦੇ ਸਿੱਖਾਂ ਨੇ। ਹੁਣ ਜਿਹੜੀ ਅਰਦਾਸ ਬੇਨਤੀ ਗੁਰੂ ਸਤਿਗੁਰ ਦੇ ਸਨਮੁਖ ਕੀਤੀ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ, ਉਹ ਕਦੇ ਵਿਅਰਥੀ ਨਹੀਂ ਜਾਂਦੀ। ਅਚਨਚੇਤ ਉਦਾਂ ਦੀ ਵਿਧੀ ਬਣ ਜਾਂਦੀ, ਉਦਾਂ ਦਾ ਵਿਚਾਰ ਬਣ ਜਾਂਦਾ। ਸਤਿਗੁਰ ਦੀ ਕਿਰਪਾ ਦੇ ਨਾਲ ਕੀਤੀ ਅਰਦਾਸ ਦੇ ਵਿੱਚ ਤਾਕਤ ਬਹੁਤ ਹੈ। ਜਿਵੇਂ ਸਤਿਗੁਰ ਦੀ ਗੁਰਬਾਣੀ ਕਹਿੰਦੀ ਵਿਅਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਸਤਿਗੁਰੂ ਜੀ ਕਹਿੰਦੇ ਹੋ ਸਿੱਖੋ,
ਓ ਪਿਆਰਿਓ, ਸਤਿਗੁਰ ਦੇ ਸਿੱਖ ਦੀ ਕੀਤੀ ਅਰਦਾਸ ਕਦੇ ਵਿਅਰਥੀ ਨਹੀਂ ਜਾਂਦੀ, ਕਦਾਚਿਤ ਵੀ ਕਦੇ ਝੂਠੀ ਨਹੀਂ ਪੈਂਦੀ। ਸਮਾਂ ਭਾਵੇਂ ਲੱਗ ਜੇ ਪਰ ਅਰਦਾਸ ਜ਼ਰੂਰ ਪ੍ਰਵਾਨੀ ਜਾਂਦੀ ਹੈ। ਸਤਿਗੁਰ ਦੀ ਕਿਰਪਾ ਰਹਿਮਤ ਹੋ ਜਾਂਦੀ ਹੈ। ਉਸ ਵਕਤ ਕਹਿੰਦੇ ਇਹ ਵਿਅਰਥੀ ਨਹੀਂ ਜਾਂਦੀ ਅਰਦਾਸ ਕੀਤੀ ਗੁਰੂ ਦੇ ਪਿਆਰੇ ਦੀ। ਪਰ ਸ਼ਰਤ ਇੱਥੇ ਸਤਿਗੁਰੂ ਜੀ ਕਹਿੰਦੇ ਵਿਅਰਥੀ ਕਦੇ ਨਾ ਹੋਵੇ। ਜਨ ਕੀ ਅਰਦਾਸ, ਜਨ ਦੀ ਕੀਤੀ ਅਰਦਾਸ ਵਿਅਰਥੀ ਨਹੀਂ ਜਾਂਦੀ, ਪਰ ਸ਼ਰਤ ਇੱਥੇ ਸਤਿਗੁਰ ਦਾ ਜਨ ਬਣ ਕੇ ਅਰਦਾਸ ਕਰੀ, ਫੇਰ ਨਹੀਂ ਵਿਅਰਥੀ ਜਾਂਦੀ। ਤੇ ਜੇਕਰ ਮਨ ਉਤੋਂ ਹੋ ਰਿਹਾ, ਤਨ ਉਤੋਂ ਹੋ ਰਿਹਾ, ਗੱਲ ਕੀ ਕਰਨੀ, ਕਹਿਣੀ ਕੀ ਤੇ ਸੁਣਨੀ ਕੀ, ਉਹ ਅਰਦਾਸ ਕੀਤੀ ਕਦਾਚਿਤ ਪ੍ਰਵਾਨੀ ਨਹੀਂ ਜਾਂਦੀ, ਸਫਲੀ ਨਹੀਂ ਹੁੰਦੀ। ਕਈ ਦਫਾ ਬਸ ਸੁਣਨੇ ਨੇ ਕਿ ਫਲਾਣੇ ਮਨੁੱਖ ਨੇ ਕਿਹਾ ਜੀ ਮੈਂ ਅਰਦਾਸ ਕੀਤੀ, ਉਹਦੇ ਪ੍ਰਵਾਨੀ ਨਹੀਂ ਗਈ, ਸਫਲੀ ਨਹੀਂ ਹੋਈ, ਸਾਡਾ ਕਾਜ ਸਵਰਿਆ ਨਹੀਂ। ਸਤਿਗੁਰੂ ਜੀ ਬਹੁਤ ਵੱਡੇ ਸਮਰੱਥਕ ਨੇ, ਤੇਰੇ ਕਾਰਜ ਛੋਟੇ ਜੇ ਕਾਰਜ ਨੂੰ ਕਿਉਂ ਨਾ ਸਵਾਰਨਗੇ। ਇੱਥੇ ਆਪਦੀ ਗਲਤੀ ਮੰਨ, ਆਪਦੀ ਮਿਸਟੇਕ ਜਾਣ ਲੈ ਕਿ ਤੂੰ ਅਰਦਾਸ ਜਨ ਬਣ ਕੇ ਕੀਤੀ ਸੀ ਜਾਂ ਕਰਾਈ ਸੀ। ਅਰਦਾਸ ਬੇਨਤੀ ਤੂੰ ਗੁਰੂ ਦਾ ਸਿੱਖ ਬਣ ਕੇ, ਸੇਵਕ ਬਣ ਕੇ ਕਰਵਾਈ ਜਾਂ ਕੀਤੀ ਸੀ। ਸਤਿਗੁਰੂ ਜੀ ਨੇ ਪਹਿਲਾਂ ਸਪਸ਼ਟ ਕਹਿ ਦਿੱਤਾ, ਜਨ ਬਣ ਕੇ, ਸੇਵਕ ਬਣ ਕੇ, ਸ਼ਰਧਾਵਾਨ ਬਣ ਕੇ, ਭਾਵਨਾ ਦੇ ਨਾਲ ਅਰਦਾਸ ਕਰਾਵੀਂ। ਫੇਰ ਸਤਿਗੁਰੂ ਦੀ ਕਿਰਪਾ ਰਹਿਮਤ ਹੋਵੇਗੀ, ਫੇਰ ਕਦਾਚਿਤ ਕੋਈ ਦੇਰੀ ਨਹੀਂ ਲੱਗੇਗੀ। ਫਿਰ ਤੇ ਸਤਿਗੁਰ ਦੀ ਕਿਰਪਾ ਰਹਿਮਤ ਵਰਤਣ ਲੱਗਿਆ ਤਦ ਸ਼ਨ ਦੇ ਵਿੱਚ ਬਖਸ਼ਿਸ਼ਾਂ ਰਹਿਮਤਾਂ ਵਰਤ ਜਾਵਣਗੀਆਂ ਤੇ ਸਤਿਗੁਰ ਜੀ ਕਿਰਪਾ ਕਰਦੇ ਬਣਗੇ। ਜਿਵੇਂ ਅਰਦਾਸ ਕਰਨ ਦੇ ਵਿੱਚ ਤਾਕਤ ਉਦੋਂ ਪ੍ਰਾਪਤ ਹੁੰਦੀ, ਉਦੋਂ ਸਤਿਗੁਰ ਦੇ ਸਨਮੁਖ ਅਰਦਾਸ ਪ੍ਰਵਾਨੀ ਜਾਂਦੀ ਜਦੋਂ ਸਤਿਗੁਰ ਦੀ ਕਿਰਪਾ ਵਰਤਦੀ ਹੈ। ਸਿਮਰਨ ਕਰਨ ਵਾਲਾ, ਬੰਦਗੀ ਕਰਨ ਵਾਲਾ ਸਾਡਾ ਮਨ ਹੋਵੇ, ਸ਼ਰਧਾਵਾਨ ਮਨ ਹੋਵੇ, ਫੇਰ ਅਰਦਾਸ ਬੇਨਤੀ ਕੀਤੀ ਪ੍ਰਵਾਨੀ ਜਾਂਦੀ। ਫਿਰ ਤੇ ਯੁੱਗ ਤੱਕ ਪਲਟ ਜਾਂਦੇ ਨੇ। ਜਿਵੇਂ ਗੌਤਮ ਰਿਖੀ ਹੋਇਆ, ਇਹ ਗੌਤਮ ਰਿਖੀ ਬਹੁਤ ਵੱਡਾ ਤਪਸਵੀ ਸੀ, ਬ੍ਰਹਮ ਗਿਆਨੀ ਸੀ, ਭਗਤੀ ਕਰਨ ਵਾਲਾ। ਇਹਨੇ ਬਚਨ ਕੀਤੇ, ਅਰਦਾਸ ਕੀਤੀ, ਯੁੱਗ ਪਲਟ ਗਏ। ਕਿਵੇਂ? ਵੈਸੇ ਸਮਾਂ ਸੀ ਮਤਾਬ ਸੰਗਤ ਦੇ ਨਾਲ ਛੋਟੀ ਜੀ ਟੂਕ ਮਾਤਰ ਵਿਚਾਰ ਕਰ ਲਵਾਂ। ਇਹ ਗੌਤਮ ਰਿਖੀ, ਇਹਦਾ ਰੋਜ਼ ਦਾ ਨੇਮ ਸੀ ਕਿ ਅੰਮ੍ਰਿਤ ਵੇਲੇ ਉੱਠ ਕੇ 12 ਵਜੇ ਦੇ ਬਾਅਦ ਦੇ ਟਾਈਮ ਤੇ 12:30 ਵਜੇ ਅੰਮ੍ਰਿਤ ਵੇਲੇ ਉੱਠਦਾ ਸੀ। ਇਹ ਇਸ਼ਨਾਨ ਕਰਕੇ ਗੰਗਾ ਤੇ ਆਇਆ ਕਰੇ, ਗੰਗਾ ਦੇ ਜਲ ਦੇ ਵਿੱਚ ਇਸ਼ਨਾਨ ਕਰਕੇ ਪ੍ਰਮਾਤਮਾ ਦੀ ਬੰਦਗੀ ਵਿੱਚ ਰੋਜ਼ ਜੁੜ ਜਾਇਆ ਕਰੇ। 12:30 ਵਜੇ ਰੋਜ਼ ਅੰਮ੍ਰਿਤ ਵੇਲੇ ਉੱਠ ਕੇ। ਉਸ ਵੇਲੇ ਗੁਰੂ ਪਿਆਰਿਓ, ਇਹਦਾ ਰੋਜ਼ ਦਾ ਨੇਮ ਸੀ ਇਦਾਂ ਦਾ। ਤੇ ਇਹਦੀ ਜਿਹੜੀ ਪਤਨੀ ਸੀ ਉਹਦਾ ਨਾਮ ਸੀ ਅਹਲਿਆ, ਅਹਲਿਆ ਦੀ ਪਤਨੀ। ਤੇ ਇਸ ਪਤਨੀ ਦੇ ਉੱਤੇ ਪਰਮਾਤਮਾ ਵੱਲੋਂ ਇਦਾਂ ਦਾ ਰੂਪ ਸੀ, ਇਦਾਂ ਦਾ ਰੰਗ ਸੀ, ਇਦਾਂ ਦਾ ਉਹਦਾ ਸਤਿਗੁਰੂ ਵੱਲੋਂ ਪਰੀਆਂ ਵਰਗਾ ਕਹਿੰਦੇ ਰੂਪ ਰੰਗ, ਚਿਹਰਾ, ਚਿਹਰੇ ਦੀ ਬਣਾਵਟ ਸੀ, ਅਦ ਸੁੰਦਰ ਸੀ। ਤੇ ਗੁਰੂ ਪਿਆਰਿਓ ਕਹਿੰਦੇ ਇਹਦਾ ਪਾਪੀ ਜਿਹੜਾ ਸੀ ਨਾ, ਇੰਦਰ ਦੇਵਤਾ, ਉਹਦਾ ਮਨ ਉਦਾਂ ਦਾ ਪਾਪੀ ਬਣ ਚੁੱਕਿਆ। ਤੇ ਉਸ ਵਕਤ ਉਹ ਪਾਪੀ ਮਨ ਨੇ, ਇੰਦਰ ਦੇਵਤੇ ਮਨ ਨੇ ਕੁਝ ਮਨੁੱਖਾਂ ਨੂੰ ਆਪਣੇ ਪਾਪ ਕਰਮ ਦੇ ਵਿੱਚ, ਕੁਕਰਤ ਕਰਮ ਦੇ ਵਿੱਚ ਰਲਾ ਲਿਆ। ਇੱਕ ਤੇ ਅੰਮ੍ਰਿਤ ਵੇਲੇ ਜਿਹੜਾ ਬਾਂਗ ਦਿੰਦਾ ਕੁੱਕੜ, ਉਹਨੂੰ ਆਪਣੇ ਸਮਾੜੇ ਕਰਮ ਦੇ ਵਿੱਚ ਸੰਗੀ ਸਾਥੀ ਬਣਾ ਲਿਆ। ਦੂਜੇ ਨੰਬਰ ਤੇ ਰਾਤ ਦਾ ਚੰਦਰਮਾ, ਪੂਰਨਮਾਸ਼ੀ ਦਾ ਚੰਦਰਮਾ, ਉਹਨੂੰ ਆਪਣੇ ਕਰਮ ਦੇ ਵਿੱਚ ਰਲਾ ਲਿਆ, ਮਾੜੇ ਕਰਮ ਦੇ ਵਿੱਚ। ਉਸ ਵਕਤ ਇੰਦਰ ਦੇਵਤਾ ਕਹਿੰਦਾ ਜਿਹੜਾ ਕੁਕਰਤ ਕਰਮ ਕਰਨਾ, ਮਾੜਾ ਕਰਮ ਕਰਨਾ ਅੰਮ੍ਰਿਤ ਵੇਲੇ ਨਹੀਂ ਕਰ ਸਕਦਾ, 12 ਵਜੇ ਤੋਂ ਪਹਿਲਾਂ ਉਹ ਕਰਮ ਹੋ ਸਕਦੇ ਨੇ। ਇਸ ਕਰਕੇ ਉਹਨੇ ਵਿਚਾਰ ਬਣਾਈ, ਹੁਣ ਜਿਹੜਾ ਅੰਮ੍ਰਿਤ ਵੇਲੇ ਕੁੱਕੜ ਵਾਂਗ ਦਿੰਦਾ, ਉਹਦਾ ਕੁੱਕੜ ਰੱਖਿਆ ਸੀ ਕਿ 12:30 ਵਜੇ ਵਾਂਗ ਦਿੰਦਾ, ਉਹਦੇ ਆਧਾਰ ਤੇ ਉੱਠਦਾ ਸੀ। ਉਹ ਅਲਾਰਮ ਹੁੰਦੇ ਸਨ ਪਹਿਲਾਂ ਕੁੱਕੜਾਂ ਦੇ, ਕੁੱਕੜ ਬੋਲਦੇ ਸਨ,
ਅੰਮ੍ਰਿਤ ਵੇਲੇ ਉੱਠਿਆ ਜਾਇਆ ਜਾਂਦਾ ਸੀ। ਕਹਿ ਦਿੰਦੇ ਸਨ ਅੰਮ੍ਰਿਤ ਵੇਲਾ ਹੋ ਗਿਆ ਭਾਈ ਉੱਠੋ, ਕੁੱਕੜ ਨੇ ਬਾਂਗ ਦਿੱਤੀ ਹੈ। ਉਸ ਵੇਲੇ ਉਹਨੇ ਮਾੜੇ ਕਰਮ ਦੇ ਵਿੱਚ ਕੁੱਕੜ ਨੂੰ ਸਾਬਤ ਕਰ ਲਿਆ। ਕਹਿੰਦੇ ਵੀ ਤੂੰ ਐਂ ਕਰੀ, ਅੰਮ੍ਰਿਤ ਵੇਲੇ ਤੋਂ ਪਹਿਲਾਂ ਹੀ ਬਾਂਗ ਦੇ ਦੀ। ਚੰਦਰਮਾ ਨੂੰ ਆਖ ਦਿੱਤਾ, ਕਹਿੰਦੇ ਤੂੰ ਭਾਈ ਉਹ ਸਮੇਂ ਜਦੋਂ ਅੰਮ੍ਰਿਤ ਵੇਲੇ ਦਾ ਟਾਈਮ ਹੁੰਦਾ ਨਾ, ਜਿੱਥੇ ਤੇਰੀ ਦਸ਼ਾ ਹੁੰਦੀ ਹੈ, ਆਕਾਰ ਹੁੰਦਾ ਜਿੱਥੇ ਤੇਰਾ, ਉੱਥੇ ਪਹਿਲਾਂ ਹੀ ਪਹੁੰਚ ਜਾਵੀਂ ਅੰਮ੍ਰਿਤ ਵੇਲੇ ਤੋਂ। ਉਸ ਵੇਲੇ ਉਹਨੇ ਚੰਦਰਮਾ ਨੇ ਵੀ ਮਾੜੇ ਕਰਮ ਦੇ ਵਿੱਚ ਹਾਮੀ ਭਰ ਦਿੱਤੀ, ਉਸ ਕੁੱਕੜ ਨੇ ਵੀ। ਤੇ ਕਹਿੰਦੇ ਉਸ ਵਕਤ ਤੋਂ ਕੁੱਕੜ ਨੇ ਆਵਾਂਗ ਆ ਨਾ ਜਿਹੜੀ, ਉਹ ਅੰਮ੍ਰਿਤ ਵੇਲੇ ਤੋਂ ਪਹਿਲਾਂ ਹੀ ਦੇ ਦਿੱਤੀ। ਗੌਤਮ ਰਿਖੀ ਨੇ ਸਮਝਿਆ ਕਿ ਅੰਮ੍ਰਿਤ ਵੇਲਾ ਹੋ ਗਿਆ, ਉੱਠ ਖੜਿਆ, ਉਹ ਉੱਠ ਕੇ ਇਸ਼ਨਾਨ ਕਰਨ ਵਾਸਤੇ ਚਲਾ ਗਿਆ। ਉਹ ਚੰਦਰਮਾ ਵੀ ਆਪਣੀ ਦਸ਼ਾ ਤੇ ਪਹੁੰਚ ਗਿਆ। ਤੇ ਉਧਰੋਂ ਗੌਤਮ ਰਿਖੀ ਦਾ ਰੂਪ ਧਾਰਨ ਕਰਕੇ ਇੰਦਰ ਦੇਵਤਾ ਆਇਆ, ਉਹਨੇ ਮਾੜਾ ਕਰਮ ਕੀਤਾ। ਤੇ ਬਾਅਦ ਵਿੱਚ ਜਦੋਂ ਗੌਤਮ ਰਿਖੀ ਗਿਆ ਨਾ ਨਦੀ ਵਿੱਚ ਇਸ਼ਨਾਨ ਕਰਨ, ਤੇ ਨਦੀ ਦੇ ਪਾਣੀ ਦੇ ਸ਼ਾਂਤ ਪਾਣੀ ਨੂੰ ਜਾ ਕੇ ਨੇ ਸੋਇਆ, ਤੇ ਨਦੀ ਨੇ ਇੱਕ ਇਸਤਰੀ ਦਾ ਰੂਪ ਧਾਰਨ ਕਰਕੇ ਪੁੱਛਿਆ ਗੌਤਮ ਰਿਖੀ ਨੂੰ, ਕਹਿਣ ਲੱਗੀ ਹੈ ਭਗਤਾ, ਐ ਗੌਤਮ ਰਿਖੀ ਜੀ ਤੁਸੀਂ ਪਹਿਲਾਂ ਹੀ ਅੱਜ ਆ ਗਏ ਹੋ, ਅੰਮ੍ਰਿਤ ਵੇਲਾ ਹੋਣ ਹੀ ਨਹੀਂ ਦਿੱਤਾ। ਉਹ ਕਹਿੰਦਾ ਨਹੀਂ ਜੀ ਅੰਮ੍ਰਿਤ ਵੇਲਾ ਹੋ ਚੁੱਕਿਆ, ਕੁੱਕੜ ਨੇ ਬਾਂਗ ਦਿੱਤੀ ਹੈ, ਚੰਦਰਮਾ ਆਪਣੀ ਦਸ਼ਾ ਤੇ ਪਹੁੰਚ ਚੁੱਕਿਆ, ਅੰਮ੍ਰਿਤ ਵੇਲਾ ਹੋ ਗਿਆ, ਤੁਹਾਨੂੰ ਭੁਲੇਖਾ ਲੱਗਿਆ। ਉਹ ਕਹਿੰਦੀ ਨਹੀਂ ਅੰਮ੍ਰਿਤ ਵੇਲਾ ਨਹੀਂ ਹੋਇਆ। ਇਹ ਇੰਦਰ ਦੇਵਤਾ ਨੇ ਇਦਾਂ ਕਰਕੇ ਮਾੜਾ ਕਰਮ ਕਰਨ ਵਾਸਤੇ ਵਿਚਾਰ ਬਣਾਈ, ਸਾਰੀ ਗੱਲ ਦੱਸ ਦਿੱਤੀ। ਤੇ ਗੌਤਮ ਰਿਖੀ ਫਟਾਫਟ ਗਿਆ ਘਰ ਦੇ ਵਿੱਚ, ਦੇਖਿਆ ਕਿ ਇਦਾਂ ਕਰਕੇ ਵਿਚਾਰ ਹੋਈ, ਉਹਨੂੰ ਪਤਾ ਲੱਗਿਆ ਸਾਰਾ। ਉਸ ਵਕਤ ਗੌਤਮ ਰਿਖੀ ਨੇ ਆਪਣੀ ਪਤਨੀ ਅਹਲਿਆ ਨੂੰ ਬਚਨ ਕਹਿ ਦਿੱਤੇ, ਕਹਿੰਦੇ ਤੂੰ ਪੱਥਰ ਦਿਲ ਹੈ, ਪਤੀ ਵਰਤਾ ਨਹੀਂ ਰਹੀ, ਮਾੜੇ ਕਰਮ ਕੀਤੇ ਤੂੰ। ਉਸ ਵਕਤ ਅਹਲਿਆ ਨੇ ਕਿਹਾ, ਕਹਿੰਦੇ ਜੀ ਮੇਰਾ ਕੋਈ ਕਸੂਰ ਨਹੀਂ, ਤੁਹਾਡਾ ਰੂਪ ਧਾਰਨ ਕੀਤਾ ਹੋਇਆ ਸੀ, ਇਦਾਂ ਦੀ ਵਿਚਾਰ ਸੀ। ਉਸ ਵਕਤ ਅਹਲਿਆ ਨੇ ਬੇਨਤੀ ਕੀਤੀ, ਗੌਤਮ ਰਿਖੀ ਕਹਿੰਦਾ ਨਹੀਂ, ਤੂੰ ਪੱਥਰ ਦਾ ਰੂਪ ਧਾਰਨ ਕਰੇਂਗੀ, ਇੱਕ ਸੈੱਲ ਬਣ ਜਾਵੇਂਗੀ, ਇਦਾਂ ਬਚਨ ਕਹਿ ਦਿੱਤੇ। ਉਸ ਵਕਤ ਕਹਿੰਦੇ ਮਾੜਾ ਕਰਮ ਹੋਇਆ, ਕੁੱਕੜ ਦੀ ਵਾਰੀ ਆਈ, ਕਹਿੰਦੇ ਤੂੰ ਵੀ ਸਾਥ ਦਿੱਤਾ ਮਾੜੇ ਕਰਮ ਦੇ ਵਿੱਚ, ਲੈ ਦੈਤ ਲੋਕ ਤੈਨੂੰ ਖਾਇਆ ਕਰਨਗੇ, ਤੈਨੂੰ ਮਾਰ ਕੇ ਤੇਰਾ ਮਾਂਸ ਖਾਇਆ ਕਰਨਗੇ। ਕਈ ਦਫਾ ਦੇਖਦੇ ਆ ਨਾ ਕਿ ਫਲਾਣਾ ਮਨੁੱਖ ਕਹਿ ਦਿੰਦਾ ਕਿ ਕੁੱਕੜ ਦਾ ਮਾਂਸ ਕੀ ਖਾਧਾ, ਆਪਣੇ ਆਪ ਵਿੱਚ ਬੜਾ ਉਹ ਬਹੁਤ ਜ਼ਿਆਦਾ ਖੁਸ਼ ਹੁੰਦਾ। ਤੇ ਸਤਿਗੁਰੂ ਜੀ ਕਹਿੰਦੇ ਉਸ ਵਕਤ ਤੋਂ ਗੌਤਮ ਰਿਖੀ ਨੇ ਬਚਨ ਕੀਤੇ, ਤੇਰਾ ਮਾਂਸ ਦੈਤ ਲੋਕ ਖਾਇਆ ਕਰਨਗੇ, ਤੂੰ ਵੇਲੇ ਦੀਆਂ ਬਾਗਾਂ ਕੁਵੇਲੇ ਦਿਆ ਕਰੇਗਾ, ਤੇਰੀ ਬਾਗ ਨੂੰ ਕੋਈ ਨਹੀਂ ਮੰਨਣਗੇ। ਉਸ ਵਕਤ ਦੇ ਬਚਨ ਕਹੇ। ਚੰਦਰਮਾ ਦੇ ਮੁਖ ਦੇ ਉੱਤੇ ਆਪਣਾ ਜਿਹੜਾ ਉਹ ਤੇੜ ਬੰਨਿਆ ਸੀ ਨਾ, ਧੋਤੀ ਪਰਨਾ ਬੰਨਿਆ ਸੀ, ਗਿੱਲਾ ਪਰਨਾ ਉਹਦੇ ਮੁਖ ਤੇ ਮਾਰਿਆ। ਉਹ ਪਰਨਾ ਦੱਸਦੇ ਆ ਵਿਦਵਾਨ ਲੋਕ, ਕਹਿੰਦੇ ਉਹਦੇ ਮੁਖ ਦੇ ਉੱਤੇ ਦਾਗ ਬਣ ਗਿਆ ਚੰਦਰਮਾ ਦੇ। ਹੁਣ ਚੰਦਰਮਾ ਦੇ ਮੁਖ ਦੇ ਉੱਤੇ ਦਾਗ ਲੱਗਿਆ ਰਹਿੰਦੀ ਦੁਨੀਆ ਤੱਕ, ਕਹਿੰਦੇ ਤੈਨੂੰ ਦਾਗੀ ਕਿਆ ਕਰਨਗੇ ਲੋਕ, ਤੇਰੇ ਤੇ ਦਾਗ ਲੱਗਿਆ ਹੋਇਆ, ਮਿਟਣਾ ਨਹੀਂ ਇਹ ਕਲੰਕ ਦਾ, ਇਹ ਵਚਨ ਕਹਿ ਦਿੱਤਾ। ਹੁਣ ਉਸ ਵਕਤ ਉਹਨੇ ਬੇਨਤੀ ਕੀਤੀ ਅਹਲਿਆ ਨੇ, ਕਹਿੰਦੀ ਜੀ ਮੇਰਾ ਤੇ ਕੋਈ ਕਸੂਰ ਨਹੀਂ ਨਾ, ਕਿਰਪਾ ਕਰ ਦਿਓ, ਮੈਨੂੰ ਤੇ ਬਖਸ਼ ਦਿਓ। ਹੁਣ ਗੌਤਮ ਰਿਖੀ ਕਹਿੰਦਾ ਮੇਰੇ ਬਚਨ ਮੁਖ ਦੇ ਵਿੱਚੋਂ ਨਿਕਲੇ ਵਾਪਸ ਨਹੀਂ ਆਉਣੇ, ਜਿਵੇਂ ਪੁਲਾ ਥੱਲੋਂ ਪਾਣੀ ਲੰਘਿਆ ਵਾਪਸ ਨਹੀਂ ਆਉਣਾ, ਰਾਈਫਲ ਵਿੱਚੋਂ ਗੋਲੀ ਛੱਡੀ ਵਾਪਸ ਨਹੀਂ ਆਉਣੀ, ਤੀਰ ਵਿੱਚੋਂ ਕਮਾਨ ਵਿੱਚੋਂ ਤੀਰ ਨਿਕਲਿਆ ਵਾਪਸ ਨਹੀਂ ਆਉਣਾ, ਇਸ ਤਰ੍ਹਾਂ ਸਾਧੂ ਦੇ ਬਚਨ ਬੋਲੇ ਵਾਪਸ ਨਹੀਂ ਆਉਣੇ। ਵੇ ਤੇ ਬਚਨ ਹੋ ਗਏ ਨੇ। ਹੁਣ ਫਿਰ ਉਸ ਵਕਤ ਗੌਤਮ ਰਿਖੀ ਨੇ ਬਚਨ ਕਹੇ, ਕਹਿੰਦੇ ਤੂੰ ਬਖਸ਼ੀ ਜਾਵੇਂਗੀ। ਜਦੋਂ ਸ਼੍ਰੀ ਰਾਮਚੰਦਰ 14 ਸਾਲ ਦਾ ਬਨਵਾਸ ਕੱਟਣ ਵਾਸਤੇ ਜੰਗਲ ਵਿੱਚ ਜਾਣਗੇ, ਉਹ ਇੱਥੇ ਪਹੁੰਚਣਗੇ, ਇੱਥੇ ਸੈਲ ਬਣੀ ਹੋਵੇਗੀ, ਤੂੰ ਪੱਥਰ ਬਣੀ ਹੋਵੇਗੀ, ਤੇਰੇ ਤੇ ਆ ਕੇ ਬੈਠਣਗੇ, ਚਰਨ ਤੇਰੇ ਤੇ ਛੋਣਗੇ, ਤੂੰ ਸੈਲ ਤੋਂ ਫੇਰ ਇਸੇ ਤਰ੍ਹਾਂ ਮਨੁੱਖੇ ਜੀਵਨ ਵਿੱਚ ਆ ਜਾਵੇਂਗੀ, ਉਦੋਂ ਤੇਰਾ ਉਧਾਰ ਹੋਵੇਗਾ। ਉਹ ਕਹਿਣ ਲੱਗੀ ਜੀ ਤ੍ਰੇਤੇ ਯੁੱਗ ਦੇ ਵਿੱਚ ਉਹਨਾਂ ਨੇ ਆਉਣਾ। ਹੁਣ ਕਹਿੰਦੇ ਦੁਆਪਰ ਆਉਣਾ, ਸਤਯੁਗ ਚੱਲਦਾ, ਦੁਆਪਰ ਆਉਣਾ, ਫਿਰ ਤ੍ਰੇਤਾ ਆਉਣਾ। ਉਸ ਵਕਤ ਗੌਤਮ ਰਿਖੀ ਨੇ ਕਹਿ ਦਿੱਤਾ ਨਹੀਂ,
ਪਹਿਲਾਂ ਤ੍ਰੇਤਾ ਆਵੇਗਾ, ਬਾਅਦ ਵਿੱਚ ਦੁਆਪਰ ਆਵੇਗਾ। ਪਹਿਲਾਂ ਤ੍ਰੇਤਾ ਆਵੇਗਾ ਭਾਵ ਤੇਰਾ ਪਹਿਲਾਂ ਛੁਟਕਾਰਾ ਹੋ ਜਾਣਾ। ਕਹਿੰਦੇ ਬਹੁਤ ਯੁੱਗ ਪਏ ਨੇ ਫਿਰ ਤੇ ਤੀਜੇ ਨੰਬਰ ਤੇ ਜਾ ਕੇ ਮੇਰਾ ਉਧਾਰ ਹੋਵੇਗਾ। ਬਹੁਤ ਦੁੱਖ ਪ੍ਰਾਪਤ ਕਰਾਂਗੀ ਪਈ ਇੱਥੇ। ਉਸ ਵਕਤ ਗੌਤਮ ਰਿਸ਼ੀ ਨੇ ਕਹਿ ਦਿੱਤਾ, ਨਹੀਂ, ਪਹਿਲਾ ਤ੍ਰੇਤਾ ਆਵੇਗਾ, ਬਾਅਦ ਵਿੱਚ ਦੁਆਪਰ ਆਵੇਗਾ, ਦੁਆਪਰ ਯੁੱਗ ਫੇਰ ਆਵੇਗਾ। ਉਸ ਵਕਤ ਬਚਨ ਕਹੇ, ਉਹ ਸਹਿਲ ਬਣ ਗਈ। ਫਿਰ ਸਮਾਂ ਪਾ ਕੇ ਉਹ ਗੌਤਮ ਰਿਸ਼ੀ ਦੇ ਬਚਨਾਂ ਦੇ ਆਧਾਰ ਤੇ ਸ਼੍ਰੀ ਰਾਮਚੰਦਰ ਜੀ 14 ਸਾਲ ਦਾ ਬਨਵਾਸ ਕੱਟਣ ਗਏ ਤੇ ਉਹਨਾਂ ਨੇ ਉਸ ਸਹਿਲ ਦੇ ਨਾਲ ਚਰਨ ਛੋਹਣਾ ਕੀਤੇ। ਤ੍ਰੇਤੇ ਯੁੱਗ ਦੇ ਵਿੱਚ ਜਾ ਕਰਕੇ ਜਦੋਂ ਕਿਰਪਾ ਰਹਿਮਤ ਪ੍ਰਾਪਤ ਹੋਈ ਤੇ ਕਹਿੰਦੇ ਉਸ ਸੈਲ ਨੂੰ ਮਨੁੱਖੇ ਜੀਵਨ ਵਿੱਚ ਤਬਦੀਲ ਹੁੰਦਿਆਂ ਦੇਰੀ ਨਹੀਂ ਲੱਗੀ, ਬਾਅਦ ਵਿੱਚ ਬਖਸ਼ੀ ਗਈ ਸੀ। ਏਦਾਂ ਸਤਿਗੁਰ ਦੀ ਕਿਰਪਾ ਹੋਈ। ਇਹ ਇੱਕ ਕੋਈ ਏਦਾਂ ਬਚਨ ਕਹਿ ਦੇਣਾ, ਇਹ ਬੇਨਤੀ ਜਿਹੜੀ ਵਿਅਰਥੀ ਕਦੇ ਨਹੀਂ ਸਿੱਖ ਦੀ ਸੇਵਕ ਦੀ ਅਰਦਾਸ ਜਾਂਦੀ। ਬਚਨ ਕਹੇ ਹੋਏ ਬੇਨਤੀ ਕੀਤੀ ਕਦਾਚਿਤ ਵੀ ਵਿਅਰਥੀ ਨਹੀਂ ਜਾਂਦੀ। ਭਾਵ ਕਹਿਣ ਦਾ ਇਹ ਹੈ, ਜੇਕਰ ਮਨ ਬਿਰਤੀ ਇਕਾਗਰ ਕਰਕੇ ਹਿਰਦੇ ਵਿੱਚੋਂ ਵਚਨ ਨਿਕਲਣ, ਆਵਾਜ਼ ਨਿਕਲੇ, ਭਾਵੇਂ ਕਿਸੇ ਪ੍ਰਤੀ ਕਿਸੇ ਦੇ ਸੁੱਖ ਦੇ ਵਚਨ ਹੋਣ, ਭਾਵੇਂ ਇਦਾਂ ਕਿਸੇ ਪ੍ਰਤੀ ਹਾਨੀ ਦੇ ਵਚਨ ਹੋਣ, ਪਰ ਜਦੋਂ ਹਿਰਦੇ ਵਿੱਚੋਂ ਵਚਨ ਨਿਕਲਣ, ਮਨ ਬਿਰਤੀ ਇਕਾਗਰ ਹੋ ਕੇ ਵਚਨ ਉਚਾਰਨ ਕੀਤੇ ਜਾਣ, ਉਹ ਉਚਾਰਨ ਕੀਤੇ ਵਚਨ ਵਿਅਰਥੇ ਨਹੀਂ ਜਾਂਦੇ, ਪ੍ਰਵਾਨੇ ਜਾਂਦੇ ਆ। ਇਸ ਕਰਕੇ ਸਿੱਖਾਂ ਨੇ ਵੀ ਅਰਦਾਸ ਕੀਤੀ, ਉਹ ਪ੍ਰਵਾਨੀ ਗਈ। ਔਖੀ ਘੜੀ ਦੇ ਵਿੱਚੋਂ ਤਦਸ਼ਨ ਦੇ ਅੰਦਰ ਨਿਕਲ ਗਏ ਨੇ। ਉਹ ਦੇਖਿਆ ਸਾਹਮਣੇ ਪੌਂਟਾ ਸਾਹਿਬ ਦੀ ਧਰਤੀ ਹੈ, ਕਿਲਾ ਏ। ਸਿੱਖ ਪਹੁੰਚੇ, ਸਤਿਗੁਰ ਦੀ ਕਿਰਪਾ ਰਹਿਮਤ ਪ੍ਰਾਪਤ ਕੀਤੀ ਹੈ। ਸਤਿਗੁਰ ਦੇ ਸਨਮੁਖ ਪਹੁੰਚ ਕੇ ਆਪਣੇ ਆਪ ਨੂੰ ਉਹਨਾਂ ਨੇ ਬੜਾ ਆਨੰਦਦਾਇਕ ਸਮਾਂ ਪ੍ਰਾਪਤ ਕੀਤਾ, ਆਪਣੇ ਆਪ ਨੂੰ ਸੇਫ ਸਮਝਿਆ। ਸਤਿਗੁਰ ਦੀ ਕਿਰਪਾ ਰਹਿਮਤ ਹੋਈ। ਅਰਦਾਸ ਬੇਨਤੀ ਕਾਰਨ ਕਰਕੇ ਔਖੀ ਘੜੀ ਦੇ ਵਿੱਚੋਂ ਇਉਂ ਲੰਘ ਗਏ ਨੇ ਜਿਵੇਂ ਕੋਈ ਔਖਾ ਸਮਾਂ ਪ੍ਰਾਪਤ ਹੋਇਆ ਹੀ ਨਾ ਹੋਵੇ। ਸਤਿਗੁਰ ਦੀ ਕਿਰਪਾ ਵਰਤ ਗਈ। ਤਾਂ ਤੇ ਆਓ ਪਿਆਰੀ ਸੰਗਤ ਜੀ, ਉਹ ਸਮਾਂ ਜੋ ਸਮਾਪਤ ਹੋ ਚੁੱਕਿਆ। ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਜਾ ਕੇ ਇਹ ਸਿੱਖ ਕਿਵੇਂ ਕਿਵੇਂ ਕਰਕੇ ਆਪਣੀ ਦਸ਼ਾ ਵਰਣਨ ਕਰਦੇ, ਕਿਵੇਂ ਕਿਵੇਂ ਕਰਕੇ ਆਪਣੀ ਵਿਚਾਰ ਸਤਿਗੁਰੂ ਜੀ ਦੇ ਸਨਮੁਖ ਪੇਸ਼ ਕਰਦੇ, ਕੀ ਕੀ ਉੱਥੇ ਵਰਤਿਆ ਜੋ ਦੱਸਦੇ ਨੇ, ਤੇ ਸਤਿਗੁਰੂ ਜੀ ਉਹਦੇ ਆਧਾਰ ਤੇ ਕੀ ਬਚਨ ਕਹਿੰਦੇ, ਕਿਵੇਂ ਦੀ ਰਣਨੀਤੀ ਬਣਾਉਂਦੇ ਆ। ਉਹ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਪਿਆਰਿਓ, ਆਪ ਸੰਗਤ ਵੱਧ ਤੋਂ ਵੱਧ ਗੁਰੂ ਚਰਨਾਂ ਦੇ ਵਿੱਚ ਪਹੁੰਚਿਆ ਕਰੋ। ਸਤਿਗੁਰ ਦੇ ਸਨਮੁਖ ਪਹੁੰਚ ਕੇ ਹਾਜ਼ਰੀਆਂ ਲਵਾ ਕੇ ਆਪੋ ਆਪਣਾ ਜਨਮ ਜੀਵਨ ਸਫਲਾ ਕਰਨ ਦਾ ਯਤਨ ਕਰਿਆ ਕਰੋ। ਕਦਾਚਿਤ ਵੀ ਇਹ ਨਾ ਮਨ ਦੇ ਵਿੱਚ ਵਿਚਾਰਿਆ ਕਰੋ ਆਪਾਂ ਬੇਨਤੀ ਦੇ ਆਧਾਰ ਤੇ, ਅਰਦਾਸ ਦੇ ਆਧਾਰ ਤੇ ਵਚਨ ਇਹ ਸਰਵਣ ਕੀਤੇ ਅੱਜ ਦੀ ਕਥਾ ਦੇ ਸੰਬੰਧ ਅੰਦਰ, ਤੇ ਸਤਿਗੁਰੂ ਜੀ ਕਿਰਪਾ ਕਰਦੇ ਕਹਿੰਦੇ ਕਦਾਚਿਤ ਵੀ ਕਿਸੇ ਮਨੁੱਖ ਦੇ ਹਿਰਦੇ ਵਿੱਚ ਉਦਾਂ ਦੇ ਬਚਨ ਪ੍ਰਾਪਤ ਨਾ ਕਰੀਏ। ਹੁਣ ਕੀ ਪਤਾ ਕਿਹਦਾ ਮਨ ਕਿੱਦਾਂ ਜੁੜਿਆ, ਕਿਹਦੀ ਵਰਤੀ ਕਿੱਥੋਂ ਤੱਕ ਸਤਿਗੁਰੂ ਨਾਲ ਸਿੱਧੀਆਂ ਤਾਰਾਂ ਜੁੜੀਆਂ ਨੇ। ਕਿਸੇ ਮਨੁੱਖ ਦੀ ਹਾਂ ਪ੍ਰਾਪਤ ਨਾ ਕਰੀਏ, ਕਿਸੇ ਦੇ ਹਿਰਦੇ ਨੂੰ ਦੁਖਾਈਏ ਨਾ। ਜੋ ਕਰੀਏ ਭਲੇ ਦੇ ਆਧਾਰ ਤੇ ਕਰੀਏ। ਸਤਿਗੁਰੂ ਜੀ ਭਲਾ ਕਰਾ ਲਈ, ਕਿਸੇ ਦਾ ਬੁਰਾ ਨਾ ਕਰਾਵੀ, ਇਦਾਂ ਦੀ ਵਰਤੀ ਰੱਖੀਏ। ਫਿਰ ਤੇ ਆਨੰਦ ਹੀ ਆਨੰਦ ਹੈ, ਖੁਸ਼ੀਆਂ ਹੀ ਖੁਸ਼ੀਆਂ। ਸਤਿਗੁਰ ਦੇ ਦਰ ਕਰ ਦੋ, ਹਾਨੀ ਕੋਈ ਨਹੀਂ। ਇਸ ਕਰਕੇ ਦੇ ਆਧਾਰ ਤੇ ਜੀਵਨ ਬਤੀਤ ਕਰੀਏ। ਸਤਿਗੁਰੂ ਜੀ ਕਿਰਪਾ ਬਣਾਉਂਦੇ ਜਾਣਗੇ, ਰਹਿਮਤਾਂ ਵਰਤਾਉਂਦੇ ਜਾਣਗੇ। ਆਓ 6 ਪੌੜੀਆਂ ਸ਼੍ਰੀ ਅਨੰਦ ਸਾਹਿਬ ਦੇ ਜਾਪ ਕਰਕੇ ਸਮਾਪਤੀ ਕਰੀਏ। ਅਰਦਾਸ ਬੇਨਤੀ ਜੋਦੜੀ ਵਿੱਚ ਸ਼ਾਮਲ ਹੋਈਏ। ਸਤਿਗੁਰੂ ਜੀ ਕਿਰਪਾ ਕਰਦੇ ਨੇ।